Hello, welcome to our YouTube channel. This lecture is presented by Exam Nights Academy. ਜਿਹੜਾ ਲੈਕਚਰ ਹੈ ਇਹਦੇ ਵਿੱਚ ਆਪਾਂ ਫਸਟ ਲੈਕਚਰ ਸੀਰੀਜ਼ ਸਟਾਰਟ ਕਰਨ ਜਾ ਰਹੇ ਹਾਂ। ਇਹਦੇ ਵਿੱਚ ਆਪਾਂ ਡਾਈਜੈਸਟਿਵ ਸਿਸਟਮ ਬਾਰੇ ਡਿਸਕਸ਼ਨ ਕਰਾਂਗੇ। ਸੋ ਜਿਹੜੀ ਇਹ ਸਾਇੰਸ ਦੀ ਡਿਸਕਸ਼ਨ ਹੈ ਜਾਂ ਜੀਐਸ ਦੀ ਡਿਸਕਸ਼ਨ ਜੋ ਸੀਰੀਜ਼ ਆਪਾਂ ਚਲਾ ਰਹੇ ਹਾਂ, ਇਹਦੇ ਵਿੱਚ ਆਪਾਂ ਕਿਸ ਲੈਵਲ ਦੀ ਜੀਐਸ ਜਾਂ ਸਾਇੰਸ ਕਵਰ ਕਰਾਂਗੇ। ਆਪਾਂ ਜੀਐਸ ਤੇ ਸਾਇੰਸ ਹੈ ਜਿਹੜੀ ਐਸਐਸਸੀ ਲੈਵਲ ਦੀ ਹੋ ਜਾਏਗੀ ਕਵਰ, ਤੁਹਾਡੀ ਪੀਪੀਐਸਸੀ ਲੈਵਲ ਦੀ ਕਵਰ ਹੋ ਜਾਏਗੀ। ਜੇਕਰ ਤੁਸੀਂ ਹੋਰ ਵੀ ਕੋਈ ਟੈਟ ਐਗਜ਼ਾਮ ਵੀ ਦੇ ਰਹੇ ਹੋ ਤਾਂ ਉਸ ਲੈਵਲ ਦੀ ਵੀ ਆਪਾਂ ਜੀਐਸ ਸਾਰੀ ਇਹ ਕਵਰ ਕਰਕੇ ਚੱਲਾਂਗੇ। ਸੋ ਇਸ ਤੋਂ ਬਾਅਦ ਤੁਹਾਨੂੰ ਕੁਝ ਹੋਰ ਪੜ੍ਹਨ ਦੀ ਜ਼ਰੂਰਤ ਨਹੀਂ ਆ। ਤੁਸੀਂ ਮੋਰ ਕੁਐਸਚਨਸ ਕਰੋ। ਕੁਐਸਚਨਸ ਦੇ ਲਈ ਅਸੀਂ ਇੱਕ ਗੂਗਲ ਫਾਰਮ ਲਿੰਕ ਹੈ ਜਿਹੜਾ ਬਣਾ ਕੇ ਤੁਹਾਨੂੰ ਇੱਥੇ ਪਾ ਦਾਂਗੇ। ਤੁਸੀਂ ਉੱਥੇ ਜਾ ਕੇ ਆਪਣਾ ਟੈਸਟ ਦੇਣਾ, ਜਿਵੇਂ 20 ਕੁਐਸਚਨਸ ਦਾ 100 ਕੁਐਸਚਨਸ ਅਸੀਂ ਪਾ ਦਾਂਗੇ। ਤੁਸੀਂ ਉਹ ਕੁਐਸਚਨਸ ਕਰਨੇ ਆ ਸੋਲਵ ਤੇ ਆਪਦਾ ਸਕੋਰ ਆ ਜਿਹੜਾ ਚੈੱਕ ਕਰ ਲੈਣਾ। ਸੋ ਜੇ ਤੁਸੀਂ ਉਹਦੇ ਨੋਟਸ ਬਣਾ ਕੇ ਰੱਖ ਸਕਦੇ ਹੋ ਉਹ ਵੀ ਬਹੁਤ ਵਧੀਆ ਗੱਲ ਹੈ। ਇਸ ਦੇ ਵੀ ਨੋਟਸ ਆ ਜਿਹੜੇ ਤੁਸੀਂ ਨਾਲ ਹੁੰਦੇ ਬਣਾਈ ਜਾਣੇ। ਸੋ ਲੈਟਸ ਬਿਗਿਨ ਆਰ ਕਲਾਸ ਟੁਡੇ। ਜਿਹੜਾ ਅੱਜ ਦੀ ਕਲਾਸ ਦਾ ਡਾਈਜੈਸਟਿਵ ਸਿਸਟਮ ਹੈ ਉਹ ਪਹਿਲਾ ਟੌਪਿਕ ਆਪਾਂ ਸਟਾਰਟ ਕਰਿਆ ਹੈ। ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਹਿਊਮਨ ਡਾਈਜੈਸਟਿਵ ਸਿਸਟਮ ਬਾਰੇ ਕੰਪਲੀਟ ਪੜਾਂਗੇ। ਉਹਦੇ ਕੀ ਪਾਰਟ ਹੈ, ਐਲੀਮੈਂਟਰੀ ਕਨਾਲ ਕੀ ਹੈ, ਈਸੋਫੇਗਸ ਕੀ ਹੈ, ਮੈਦਾ ਕੀ ਰੋਲ ਪਲੇ ਕਰਦਾ, ਸਟਮਕ। ਦੇਖੋ ਭੋਜਨ ਈਸੋਫੇਗਸ ਤੋਂ ਸਟਮਕ 'ਚ ਆਉਂਦਾ ਹੈ। ਸਟਮਕ ਦੇ ਵਿੱਚ ਜਾਂਦੇ ਸਾਰੀ ਐਂਜ਼ਾਈਮਸ ਆ ਜਿਹੜੇ ਐਕਟਿਵ ਹੋ ਜਾਂਦੇ ਆ। ਉਹ ਐਂਜ਼ਾਈਮਸ ਕੀ ਰਿਐਕਸ਼ਨ ਕਰਦੇ ਆ ਉਹ ਸਾਰੇ ਬਾਰੇ ਪੜਾਂਗੇ ਆਪਾਂ। ਉਸ ਤੋਂ ਬਾਅਦ ਜਿਹੜਾ ਸਮਾਲ ਇੰਟੈਸਟਾਈਨ 'ਚ ਜਾਂਦਾ ਤੇ ਫਿਰ ਚਲਿਆ ਜਾਂਦਾ ਲਾਰਜ ਇੰਟੈਸਟਾਈਨ ਦੇ ਵਿੱਚ। ਸਭ ਤੋਂ ਲੌਂਗੈਸਟ ਪਾਰਟ ਆ ਜਿਹੜਾ ਸਮਾਲ ਇੰਟੈਸਟਾਈਨ ਹੈ। ਐਂਜ਼ਾਈਮਸ ਕੀ ਹੁੰਦੇ ਆ ਤੁਹਾਡੇ? ਬਾਇਓਲੋਜੀਕਲ ਕੈਟਾਲਿਸਟ ਹੁੰਦੇ ਆ। ਬਾਇਓਲੋਜੀਕਲ ਕੈਟਾਲਿਸਟ। ਸੋ ਕੈਟਾਲਿਸਟ ਐਕਚੁਅਲ 'ਚ ਹੁੰਦਾ ਕੀ ਹੈ? ਕੈਟਾਲਿਸਟ ਹੁੰਦਾ ਜਿਹੜਾ ਇਹ ਰਿਐਕਸ਼ਨ ਨੂੰ ਫਾਸਟ ਕਰ ਦਿੰਦਾ, ਇਨਕਰੀਜ਼ ਦਾ ਰੇਟ ਆਫ ਰਿਐਕਸ਼ਨ। ਇਹ ਰਿਐਕਸ਼ਨ ਦੀ ਰੇਟ ਫਾਸਟ ਕਰ ਦਿੰਦਾ ਬਟ ਆਪ ਕੰਜ਼ਿਊਮ ਨਹੀਂ ਹੁੰਦਾ, ਵਿਦਆਊਟ ਗੈਟਿੰਗ ਕੰਜ਼ਿਊਮਡ ਇਨ ਇਟ। ਕਿੱਦਾਂ? ਧਿਆਨ ਨਾਲ ਸਮਝੋ। ਮੰਨ ਲਓ 10 ਗ੍ਰਾਮ ਤੁਸੀਂ ਨੇ ਐਂਜ਼ਾਈਮ ਯੂਜ਼ ਕਰਿਆ ਕਿਸੇ ਰਿਐਕਸ਼ਨ ਨੂੰ ਕਰਾਉਣ ਦੇ ਲਈ। ਇਹ ਹੋ ਸਕਦਾ ਉਹਨੂੰ 100 ਟਾਈਮਸ ਫਾਸਟ ਕਰਦੇ ਰਿਐਕਸ਼ਨ। ਜੋ 100 ਦਿਨਾਂ 'ਚ ਹੋਣੀ ਸੀ ਉਹ ਇੱਕ ਦਿਨ 'ਚ ਵੀ ਹੋ ਸਕਦੀ ਹੈ ਰਿਐਕਸ਼ਨ, ਜਾਂ ਇੱਕ ਸਕਿੰਟ 'ਚ ਵੀ ਹੋ ਸਕਦੀ ਹੈ। ਤੇ ਐਟ ਦਾ ਐਂਡ ਜਦੋਂ ਪ੍ਰੋਡਕਟ ਬਣਨੀ ਹੈ ਤਾਂ 10 ਗ੍ਰਾਮ ਦਾ 10 ਗ੍ਰਾਮ ਤੁਹਾਨੂੰ ਜਿਹੜਾ ਐਂਜ਼ਾਈਮ ਹੈ ਉਹ ਐਜ਼ ਇਟ ਇਜ਼ ਮਿਲ ਜਾਏਗਾ। ਸੋ ਕੈਟਾਲਿਸਟ ਜਿਹੜਾ ਐਜ਼ ਇਟ ਇਜ਼ ਮਿਲ ਜਾਏਗਾ। ਸੋ ਇਹ ਕੈਟਾਲਿਸਟ ਕਿਹੜੇ ਆ? ਐਂਜ਼ਾਈਮ ਕਿਹੜੇ ਹੁੰਦੇ ਆ? ਬਾਇਓਲੋਜੀਕਲ ਕੈਟਾਲਿਸਟ ਹੁੰਦੇ ਆ। ਸੋ ਬਾਡੀ ਦੇ ਵਿੱਚ ਕਿਹੜੇ ਗਲੈਂਡ ਇਹਨਾਂ ਐਂਜ਼ਾਈਮਸ ਨੂੰ ਸਕਰੀਟ ਕਰਦੇ ਆ, ਕੀ ਇਹਨਾਂ ਦਾ ਰੋਲ ਹੈ, ਕਿੱਦਾਂ ਇਹ ਭੋਜਨ ਨੂੰ ਬ੍ਰੇਕ ਕਰਦੇ ਆ, ਉਹ ਸਾਰੇ ਦੇ ਬਾਰੇ ਵਿੱਚ ਆਪਾਂ ਅੱਗੇ ਨਾਲ ਹੁੰਦੇ ਪੜ੍ਹਦੇ ਜਾਵਾਂਗੇ। ਸੋ ਹੁਣ ਆਪਾਂ ਸਟੈਪਸ ਆਫ ਡਾਈਜੈਸ਼ਨ ਆ ਜਿਹੜੇ ਉਹ ਕਰਦੇ ਆ ਡਿਸਕਸ। ਆਪਾਂ ਟੋਟਲ ਇਹਨੂੰ 5 ਸਟੈਪਸ ਦੇ ਵਿੱਚ ਬ੍ਰੇਕ ਕਰਕੇ ਚੱਲਦੇ ਆ। ਪਹਿਲਾ ਸਟੈਪ ਜਿਹੜਾ ਸਭ ਤੋਂ ਮੇਨ ਆ ਜਾਂਦਾ ਉਹ ਹੈ ਇੰਜੈਸ਼ਨ, ਜਿਹਦੇ ਵਿੱਚ ਆਪਾਂ ਭੋਜਨ ਬਾਹਰ ਪਿਆ ਗ੍ਰਹਿਣ ਕਰਦੇ ਆ, ਚਬਾਉਂਦੇ ਆ ਤੇ ਉਹਨੂੰ ਬਾਡੀ ਦੇ ਵਿੱਚ ਲੈ ਕੇ ਜਾਂਦੇ ਆ। ਸੋ ਇਸ ਕੰਮ ਦੇ ਲਈ ਤੁਹਾਨੂੰ ਪਤਾ ਹੈ ਉਹਨੂੰ ਲੁਬਰੀਕੇਟ ਵੀ ਕਰਨਾ ਪਊਗਾ, ਉਹਦੇ ਚ ਮੋਇਸਚਰ ਵੀ ਰਲਾਉਣਾ ਪਊਗਾ। ਸੋ ਜਿਹੜਾ ਇਹ ਸਾਰਾ ਕੰਮ ਹੈ ਇਹ ਟੰਗ ਦੇ ਨਾਲ ਕੌਣ ਕਰਦੇ ਆ? ਸਲਿਵਰੀ ਗਲੈਂਡਸ ਆ ਜਿਹੜੇ ਸਲਿਵਰੀ ਅਮਾਈਲੇਜ਼ ਸਕਰੀਟ ਕਰਦੇ ਆ। ਕੀ ਸਕਰੀਟ ਕਰਦੇ ਆ? ਸਲਿਵਰੀ ਅਮਾਈਲੇਜ਼। ਜਿਹੜਾ ਸਲਿਵਰੀ ਅਮਾਈਲੇਜ਼ ਆ ਇਹਦਾ ਸੈਕੰਡ ਨਾਮ ਤੁਹਾਨੂੰ ਪੇਪਰ ਦੇ ਵਿੱਚ ਪਟਾਈਲਿਨ ਵੀ ਮਿਲਿਆ, ਲਿਖਿਆ ਹੋ ਸਕਦਾ। ਸੋ ਫਸਟ ਦੇ ਵਿੱਚ ਕੀ ਹੈਗਾ? ਇਹ ਲੁਬਰੀਕੇਟ ਕਰਕੇ ਫੂਡ ਨੂੰ ਲਾਰ ਦੇ ਵਿੱਚ ਰਲਾ ਕੇ, ਸਲਿਵਰੀ ਮੀਨਸ ਲਾਰ, ਸਲਾਈਵਾ ਮੀਨਸ ਲਾਰ, ਲਾਰ ਦੇ ਵਿੱਚ ਰਲ ਕੇ ਜਿਹੜਾ ਫੂਡ ਹੈ ਉਹ ਪ੍ਰੋਪਰ ਰਲਾ ਕੇ ਫਿਰ ਕਿੱਥੇ ਭੇਜ ਦਿੱਤਾ ਜਾਂਦਾ ਗਾ? ਫੂਡ ਪਾਈਪ ਦੇ ਵਿੱਚ ਭੇਜ ਦਿੱਤਾ ਜਾਂਦਾ। ਫੂਡ ਪਾਈਪ ਦਾ ਨਾਮ ਕੀ ਪੜ੍ਹ ਕੇ ਆਏ ਆਪਾਂ? ਈਸੋਫੇਗਸ। ਹੁਣ ਸੈਕੰਡ ਸਟੈਪ ਆ ਜਾਂਦਾ ਤੁਹਾਡਾ ਜਿਹੜਾ ਡਾਈਜੈਸ਼ਨ ਦਾ। ਜਿਹੜਾ ਡਾਈਜੈਸ਼ਨ ਕੀ ਹੈਗਾ? ਆਪਾਂ ਕੰਪਲੈਕਸ ਫੂਡ ਪਾਰਟੀਕਲਸ ਆ ਜਿਹੜੇ ਉਹ ਕੰਜ਼ਿਊਮ ਕਰ ਰਹੇ ਆ, ਠੀਕ ਹੈ, ਜਿਨ੍ਹਾਂ ਦੇ ਵਿੱਚ ਡਿਫਰੈਂਟ ਕੈਮੀਕਲਸ ਬਣੇ ਹੋਏ ਆ, ਠੀਕ ਹੈ। ਬਟ ਜਿਹੜੇ ਬਾਡੀ ਨੇ ਕਿਸੇ ਪਰਪਸ ਲਈ ਯੂਜ਼ ਕਰਨੇ ਆ ਤਾਂ ਉਹ ਸਿੰਪਲਰ ਸਬਸਟੈਂਸ ਯੂਜ਼ ਕਰਨੇ ਆ। ਸੋ ਜਿਹੜੇ ਸਿੰਪਲਰ ਸਬਸਟੈਂਸ ਹੈ ਉਹ ਸਾਰਿਆਂ ਦੇ ਵਿੱਚ ਜਿਹੜੀ ਕਨਵਰਜਨ ਹੈ ਉਹ ਕਿਹਦੀ ਪ੍ਰੈਜ਼ੈਂਸ ਦੇ ਵਿੱਚ ਹੋਣੀ ਹੈ? ਐਂਜ਼ਾਈਮਸ ਦੀ ਪ੍ਰੈਜ਼ੈਂਸ ਦੇ ਵਿੱਚ ਹੋਣੀ ਹੈ। ਕਈ ਰਿਐਕਸ਼ਨਸ ਨੇ ਜਿਹੜੀਆਂ ਐਸਿਡਿਕ ਮੀਡੀਅਮ 'ਚ ਹੋਣੀਆਂ ਨੇ, ਕਈ ਰਿਐਕਸ਼ਨ ਨੇ ਜਿਹੜੀਆਂ ਬੇਸਿਕ ਮੀਡੀਅਮ 'ਚ ਹੋਣੀਆਂ ਨੇ। ਉਸ ਤਰ੍ਹਾਂ ਦੀ ਨੇਚਰ ਦੇ ਵਿੱਚ ਕਨਵਰਟ ਕਰਕੇ ਉਹਨੂੰ ਯੂਜ਼ ਕਰਨਾ। ਡਾਈਜੈਸਟਿਵ ਆਰਗਨਸ ਦੇ ਵਿੱਚ ਡਿਫਰੈਂਟ ਡਾਈਜੈਸਟਿਵ ਆਰਗਨਸ ਨੇ, ਡਿਫਰੈਂਟ ਪਾਰਟ ਪਲੇ ਕਰਨਾ। ਉਹਦੇ ਵਿੱਚ ਉਦਾਂ ਹੀ ਐਸਿਡ ਰਿਲੀਜ਼ ਹੋਣਾ, ਉਸੇ ਤਰ੍ਹਾਂ ਹੀ ਕੋਈ ਮਤਲਬ ਐਂਜ਼ਾਈਮ ਰਿਲੀਜ਼ ਹੋ ਜਾਣਾ ਜਾਂ ਜੂਸ ਰਿਲੀਜ਼ ਹੋ ਜਾਣਾ ਜਿਹਨੇ ਉਹਨੂੰ ਬੇਸਿਕ ਨੇਚਰ ਦੇ ਦੇਣੀ ਆ। ਉਹ ਸਾਰਾ ਪ੍ਰੋਸੈਸ ਆ ਜਿਹੜਾ ਕੰਪਲੀਟ ਹੋ ਰਿਹਾ ਉਹਨੂੰ ਆਪਾਂ ਡਾਈਜੈਸ਼ਨ ਬੋਲਦੇ ਆ। ਹੁਣ ਡਾਈਜੈਸਟ ਹੋ ਗਿਆ ਜਿਹੜਾ ਫੂਡ,
ਉਸ ਤੋਂ ਬਾਅਦ ਉਹ ਡਾਈਜੈਸਟ ਹੋ ਕੇ ਛੱਡਣਾ ਥੋੜੀ ਆ, ਉਹਨੂੰ ਅਬਜ਼ੌਰਬ ਕਰਨਾ ਹੈ। ਅਬਜ਼ੌਰਬ ਮੀਨਸ ਸੋਖ ਲੈਣਾ, ਫਿਰ ਆਪਾਂ ਉਹਨੂੰ ਸੋਖਾਂਗੇ ਬੋਡੀ ਦੇ ਅੰਦਰ। ਸੋ ਜਿਹੜਾ ਸੋਖਣ ਦਾ ਕੰਮ ਹੈ ਉਹ ਸਮਾਲ ਇੰਟੈਸਟਾਈਨ ਦੇ ਵਿੱਚ ਸ਼ੁਰੂ ਹੋ ਜਾਂਦਾ। ਸਮਾਲ ਇੰਟੈਸਟਾਈਨ ਦੇ ਵਿੱਚ ਜੇ ਤੁਸੀਂ ਦੇਖੋਗੇ ਉਹ ਪਤਲਾ ਪਾਰਟ, ਬਿਲਕੁਲ ਪਤਲੀ ਹੁੰਦੀ ਹੈ ਸਮਾਲ ਇੰਟੈਸਟਾਈਨ, ਇਸ ਕਰਕੇ ਇਹਨੂੰ ਆਪਾਂ ਸਮਾਲ ਕਹਿੰਦੇ ਆ। ਅਦਰਵਾਈਜ਼ ਇਹ ਲੌਂਗੈਸਟ ਪਾਰਟ ਹੈ ਹਿਊਮਨ ਡਾਈਜੈਸਟਿਵ ਸਿਸਟਮ ਦਾ। ਜੇ ਤੁਹਾਨੂੰ ਪੁੱਛਿਆ ਜਾਵੇ, ਇਹਦੇ ਅੰਦਰ ਛੋਟੀਆਂ ਛੋਟੀਆਂ ਰਚਨਾਵਾਂ ਹੁੰਦੀਆਂ ਨੇ, ਬਿਲਕੁਲ ਛੋਟੀਆਂ ਛੋਟੀਆਂ ਉਂਗਲ ਵਰਗੀਆਂ, ਜਿਨ੍ਹਾਂ ਨੂੰ ਆਪਾਂ ਕੀ ਨਾਮ ਦਿੰਦੇ ਆ, ਵਿਲਾਈ। ਜਿਹੜੀਆਂ ਵਿਲਾਈ ਨੇ ਇਹ ਅੱਗੇ ਬਲੱਡ ਵੈਸਲਸ ਨਾਲ ਕਨੈਕਟ ਹੁੰਦੀਆਂ ਨੇ ਤੇ ਇਹ ਕੀ ਕਰਦੀਆਂ ਨੇ, ਫੂਡ ਨੂੰ ਅਬਜ਼ੌਰਬ ਕਰਨ ਦਾ ਕੰਮ ਕਰਦੀਆਂ ਨੇ, ਜਿਹਦੇ ਚੋਂ ਨਿਊਟ੍ਰੀਐਂਟਸ ਆ ਗਏ, ਤੁਹਾਡੇ ਮਿਨਰਲਸ ਆ ਗਏ, ਇਹ ਸਾਰੇ ਦੇ ਸਾਰੇ ਜਿਹੜੇ ਆ ਅਬਜ਼ੌਰਬ ਕਰ ਲੈਂਦੇ ਆ। ਹੁਣ ਜਿਹੜਾ ਐਕਸੈਸ ਵਾਟਰ ਹੈ ਮੰਨ ਲਓ, ਜਾਂ ਇਨਡਾਈਜੈਸਟੀਬਲ ਮੈਟਰ ਹੈ, ਉਹ ਸਾਰਾ ਦਾ ਸਾਰਾ ਜਿਹੜਾ ਅਬਜ਼ੌਰਬ ਕਰਨ ਦਾ ਕੰਮ ਆ ਉਹ ਲਾਰਜ ਇੰਟੈਸਟਾਈਨ ਨੇ ਕਰਨਾ। ਜਿਹੜਾ ਵਾਧੂ ਪਾਣੀ ਹੈ ਜਾਂ ਇਨਡਾਈਜੈਸਟੇਬਲ ਮੈਟਰ ਹੈ ਉਹ ਸਾਰਾ ਅਬਜ਼ੌਰਬ ਕੌਣ ਕਰੇਗਾ, ਲਾਰਜ ਇੰਟੈਸਟਾਈਨ। ਹੁਣ ਜਦੋਂ ਅਬਜ਼ੌਰਬ ਹੋ ਗਿਆ, ਬਲੱਡ ਦੇ ਵਿੱਚ ਰਲ ਚੁੱਕਿਆ ਵਿਲਾਈ ਦੇ ਥਰੂ, ਉਹ ਸਾਰਾ ਦਾ ਸਾਰਾ ਕਿਸ ਪਰਪਸ ਲਈ ਹੋਊਗਾ, ਯੂਜ਼ ਹੋਊਗਾ। ਤਾਂ ਯੂਜ਼ ਆਫ એનર્ਜੀ ਆ ਉਹਨੂੰ ਆਪਾਂ ਕੀ ਬੋਲਦੇ ਆ, ਅਸਿਮੀਲੇਸ਼ਨ ਕਰਦੇ ਆ, ਸਮਾਈਕਰਨ ਜਾਂ ਅਸਿਮੀਲੇਸ਼ਨ। ਫਰਦਰ ਹੁਣ ਅਸਿਮੀਲੇਸ਼ਨ ਦੇ ਵਿੱਚ ਜਦੋਂ ਕੋਈ ਚੀਜ਼ ਜਾ ਕੇ ਉੱਥੇ ਯੂਜ਼ ਹੋ ਰਹੀ ਹੈ, ਸੈੱਲ ਦੇ ਅੰਦਰ ਟੁੱਟ ਭੱਜ ਹੋ ਰਹੀ ਹੈ ਜਾਂ ਟੁੱਟ ਰਿਹਾ ਜਾਂ ਕੋਈ ਚੀਜ਼ ਜਨਰੇਟ ਹੋ ਰਹੀ ਹੈ, ਤਾਂ ਕੁਛ ਨਾ ਕੁਛ ਜਿਹੜਾ ਆ ਫੋਕਟ ਹੈ ਜਾਂ ਕੋਈ ਵਾਧੂ ਵੇਸਟ ਹੈ ਉਹ ਬਣੇਗੀ। ਸੋ ਜਿਹੜੀ ਵੇਸਟ ਹੈ ਜਾਂ ਬਾਈ ਪ੍ਰੋਡਕਟ ਹੈ ਜਾਂ ਸੈਕਿੰਡ ਦੇ ਉੱਤੇ ਜੋ ਇੱਥੋਂ ਆ ਜਾ ਰਿਹਾ ਸੀ, ਜਿਹਦੇ ਚੋਂ ਐਕਸੈਸ ਵਾਟਰ ਤੇ ਇਨਡਾਈਜੈਸਟੇਬਲ ਮੈਟਰ ਦੇ ਵਿੱਚੋਂ ਜੋ ਚੀਜ਼ਾਂ ਅਬਜ਼ੌਰਬ ਕਰ ਲਿਆ ਲਾਰਜ ਇੰਟੈਸਟਾਈਨ ਨੇ, ਜੋ ਬਚ ਗਿਆ ਉਹ ਵਾਲਾ ਸਾਰਾ ਪੋਰਸ਼ਨ ਕੀ ਆ ਗਿਆ, ਤੁਹਾਡਾ ਵੇਸਟ ਆ ਗਈ। ਐਕਸਕ੍ਰੀਸ਼ਨ ਦੇ ਥਰੂ ਉਹ ਸਾਰਾ ਦਾ ਸਾਰਾ ਜਿਹੜਾ ਆ ਬਾਹਰ ਕਰ ਦਿੱਤਾ ਜਾਂਦਾ ਹੈ। ਸੋ ਦੋ ਚੀਜ਼ਾਂ ਬਾਹਰ ਕਰੀਆਂ ਜਾਂਦੀਆਂ ਨੇ, ਇਨਡਾਈਜੈਸਟੇਬਲ ਸਬਸਟੈਂਸ ਬਾਹਰ ਕਰੇ ਜਾਂਦੇ ਨੇ, ਦੂਜਾ ਵੇਸਟ ਬਾਈ ਪ੍ਰੋਡਕਟ ਫਰੋਮ ਦਾ ਬੋਡੀ, ਜਿਹੜੇ ਬੋਡੀ ਜਦੋਂ ਮਤਲਬ ਕੋਈ ਵੀ ਰਿਐਕਸ਼ਨ ਬੋਡੀ ਦੇ ਅੰਦਰ ਹੋ ਰਹੀ ਹੈਗੀ। ਸੋ ਇਹ 5 ਸਟੈਪ ਨੇ ਜਿਹੜੇ ਤੁਸੀਂ ਯਾਦ ਕਰ ਲੈਣੇ। ਹੁਣ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਨੂੰ ਡੈਫੀਨੇਸ਼ਨ ਪਤਾ ਹੋਣੀ ਚਾਹੀਦੀ ਹੈ ਵੀ ਡਾਈਜੈਸ਼ਨ ਐਕਚੁਅਲ ਦੇ ਵਿੱਚ ਕੀ ਹੁੰਦੀ ਆ। ਆਪਾਂ ਰਿਡਿਊਸ ਕਰਨੇ ਆ ਫੂਡ ਪਾਰਟੀਕਲ ਸਮਾਲਰ ਮੋਲੀਕਿਊਲਸ ਦੇ ਵਿੱਚ, ਸੋ ਦੈਟ ਉਹ ਕੀ ਹੋ ਜਾਣ, ਬੋਡੀ ਦੇ ਵਿੱਚ ਅਬਜ਼ੌਰਬ ਹੋ ਜਾਣ, ਤਾਂ ਉਸ ਪ੍ਰੋਸੈਸ ਨੂੰ ਆਪਾਂ ਕੀ ਕਹਿੰਦੇ ਹੈਗੇ, ਡਾਈਜੈਸ਼ਨ ਕਹਿੰਦੇ ਆ। ਸੋ ਇਸ ਕੰਮ ਦੇ ਵਿੱਚ ਜਿਹੜੇ ਮੇਜਰ ਆਰਗਨ ਇਨਵੋਲਵ ਹੁੰਦੇ ਆ, ਉਹ ਮਾਊਥ ਇਨਵੋਲਵ ਹੁੰਦਾ ਸਭ ਤੋਂ ਪਹਿਲੇ ਨੰਬਰ ਤੇ, ਦੂਜੇ ਨੰਬਰ ਤੇ ਈਸੋਫੇਗਸ ਇਨਵੋਲਵ ਹੁੰਦੀ ਹੈ, ਤੀਜੇ ਤੇ ਸਟਮਕ, ਚੌਥੇ ਤੇ ਸਮਾਲ ਇੰਟੈਸਟਾਈਨ, ਪੰਜਵੇਂ ਤੇ ਲਾਰਜ ਇੰਟੈਸਟਾਈਨ। ਇਹ ਤਾਂ ਸਿੱਧੇ ਸਿੱਧੇ ਇਸੇ ਕੰਮ ਦੇ ਉੱਤੇ ਲੱਗੇ ਹੋਏ ਆ। ਇਸੇ ਤਰ੍ਹਾਂ ਹੀ ਇਹਦੇ ਨਾਲ ਕੁਝ ਆਰਗਨ ਨੇ ਜਿਹੜੇ ਡਾਈਜੈਸ਼ਨ ਦੇ ਪ੍ਰੋਸੈਸ ਦੇ ਵਿੱਚ ਹੈਲਪ ਕਰਦੇ ਆ। ਸੋ ਪਹਿਲੇ ਨੰਬਰ ਤੇ ਜਿਹੜਾ ਆ ਜਾਂਦਾ ਆ ਉਹ ਕਿਹੜਾ ਹੈ, ਲਿਵਰ। ਦੂਜੇ ਨੰਬਰ ਤੇ ਕੌਣ ਆਉਂਦਾ, ਗਾਲ ਬਲੈਡਰ। ਤੀਜੇ ਤੇ ਆ ਜਾਂਦਾ ਪੈਨਕ੍ਰੀਜ਼। ਸੋ ਇਹਨਾਂ ਦੀ ਲੋਕੇਸ਼ਨ ਆਪਾਂ ਸਭ ਤੋਂ ਪਹਿਲਾਂ ਚੈੱਕ ਕਰਦੇ ਹਾਂ ਡਾਇਗਰਾਮ ਦੇ ਵਿੱਚ। ਤੁਹਾਡਾ ਮਾਊਥ ਹੋ ਗਿਆ, ਇਹ ਤਾਂ ਸਭ ਨੂੰ ਕਲੀਅਰ ਹੀ ਹੈ। ਸੋ ਮਾਊਥ ਦੇ ਵਿੱਚ ਆ ਤੁਹਾਡਾ ਸਾਹ ਵਾਲਾ ਸਿਸਟਮ ਆ ਗਿਆ, ਤੁਹਾਨੂੰ ਇਹ ਵੀ ਪੜਾਂਗੇ ਆਪਾਂ। ਇਸ ਤੋਂ ਬੈਕ ਦੇ ਉੱਤੇ ਦੇਖੋ ਤੁਸੀਂ, ਆ ਰੈੱਡ ਵਾਲੀ ਜਿਹੜੀ ਜਾ ਰਹੀ ਹੈ, ਇਹ ਹੋ ਗਿਆ ਤੁਹਾਡਾ ਕਿਹੜਾ, ਈਸੋਫੇਗਸ, ਭੋਜਨ ਨਲੀ। ਇਸ ਤੋਂ ਬਾਅਦ ਜਿਹੜਾ ਇੱਥੇ ਜਾਂਦਾ ਹੋਇਆ, ਦੇਖੋ ਜੇ ਵਰਗੀ ਸਟਰਕਚਰ ਹੈ, ਜਿਹੜੀ ਜੇ ਦੀ ਤਰ੍ਹਾਂ ਸ਼ੇਪ ਵਾਲੀ ਸਟਰਕਚਰ, ਇਹ ਹੋ ਗਿਆ ਤੁਹਾਡਾ ਸਟਮਕ। ਠੀਕ ਹੈ, ਸਟਮਕ ਤੋਂ ਬਾਅਦ ਜਿਹੜੀ ਆਹ ਮੋੜ ਪੈ ਰਿਹਾ, ਮੋੜ ਪੈ ਕੇ ਪਿੱਛੇ ਜਿਹੜੀ ਆ ਪਤਲੀ ਸਟਰਕਚਰ ਆ, ਵਿਚਕਾਰ ਕਾਫੀ ਗਾਜਾ ਪਿਆ ਹੋਇਆ ਤੁਸੀਂ ਦੇਖ ਰਹੇ ਹੋ। ਇਹ ਸਾਰਾ ਦਾ ਸਾਰਾ ਇਹ ਵਾਲੇ ਪੋਰਸ਼ਨ ਨੂੰ ਕੀ ਬੋਲਦੇ ਆਂਗੇ, ਸਮਾਲ ਇੰਟੈਸਟਾਈਨ। ਦੇਖੋ ਤੁਸੀਂ, ਦੇਖਣ ਨੂੰ ਬਹੁਤ ਪਤਲੀ ਹੈ ਪਰ ਹੈ ਲੌਂਗੈਸਟ ਪਾਰਟ। ਸਮਾਲ ਇੰਟੈਸਟਾਈਨ ਤੋਂ ਬਾਅਦ ਇਹ ਕਿੱਥੇ ਚਲਿਆ ਜਾਂਦਾ, ਲਾਰਜ ਇੰਟੈਸਟਾਈਨ ਤੋਂ, ਜਿਹੜੀ ਆਲੇ ਦੁਆਲੇ ਕਵਰਿੰਗ ਤੁਸੀਂ ਦੇਖ ਰਹੇ ਹੋ। ਇੱਥੋਂ ਹੁੰਦਾ ਹੈ ਰੈਕਟਮ ਤੇ ਐਨਸ ਰਾਹੀਂ ਬਾਹਰ ਚਲਿਆ ਜਾਂਦਾ। ਸਮਾਲ ਇੰਟੈਸਟਾਈਨ ਦੇ ਵੀ ਆਪਾਂ ਅਲੱਗ-ਅਲੱਗ ਪਾਰਟ ਪੜਾਂਗੇ, ਠੀਕ ਹੈ। ਜਿਵੇਂ ਇਹਦੇ ਵਿੱਚ ਆਪਾਂ ਡਿਊਡੇਨਮ ਪੜਾਂਗੇ, ਠੀਕ ਹੈ, ਤੇ ਇਲੀਅਮ ਪੜਾਂਗੇ ਤੇ ਜੇਜੇਨਮ ਪੜਾਂਗੇ। ਹੁਣ ਇਹ ਸਮਾਲ ਇੰਟੈਸਟਾਈਨ ਦੀ ਪਾਰਟ ਨੇ ਤਿੰਨੋਂ। ਹੁਣ ਉਸ ਤੋਂ ਬਾਅਦ ਪੈਨਕ੍ਰੀਜ਼ ਦੇਖੋ ਕਿੱਥੇ ਪਲੇਸ ਆ ਰਿਹਾ, ਪੈਨਕ੍ਰੀਜ਼ ਆ ਰਿਹਾ ਤੁਹਾਡਾ ਲਿਵਰ, ਠੀਕ ਹੈ। ਸੋ ਸੇਮ ਹੀ ਤੁਸੀਂ ਗਾਲ ਬਲੈਡਰ ਆ ਜਿਹੜਾ ਆ ਦੇਖੋ, ਬਿਲਕੁਲ ਬੈਕ ਤੇ ਤੁਹਾਨੂੰ ਦਿਖ ਰਿਹਾ ਹੋਣਾ ਗਾਲ ਬਲੈਡਰ, ਇਹ ਤੁਸੀਂ ਡਿਟੈਕਟ ਕਰ। ਸੋ ਮੇਨਲੀ ਇੱਕ ਆਰਗਨ ਹੋਰ ਵੀ ਕਈ ਵਾਰੀ ਪੁੱਛ ਲਿਆ ਜਾਂਦਾ, ਆ ਪਿਆ ਸਪਲੀਨ, ਠੀਕ ਹੈ। ਸੋ ਇਹ ਸਾਰੇ ਆਰਗਨ ਦੇ ਬਾਰੇ ਤੁਹਾਨੂੰ ਪਛਾਣ ਹੋ ਗਈ। ਇੰਨੇ ਕੁ ਆਰਗਨ ਤੁਸੀਂ ਨੇ ਮਿਨੀਮਮ ਯਾਦ ਰੱਖਣੇ ਹੀ ਰੱਖਣੇ ਆ, ਬਾਕੀ ਤਾਂ ਮੋਸਟਲੀ ਇਹ ਆਪਣੇ ਪਾਰਟ ਆਫ ਸਿਲੇਬਸ ਦੇ ਵਿੱਚ ਨਹੀਂ ਆਉਂਦੇ, ਬਟ ਆਹ ਵਾਲੇ ਜਿਹੜੇ ਤੁਹਾਨੂੰ ਨੋਟ ਕਰਵਾਏ ਆ ਇਹ ਤੁਸੀਂ ਜ਼ਰੂਰ ਯਾਦ ਕਰ ਲੈਣੇ ਆ। ਸੋ ਹੁਣ ਆਪਾਂ ਐਲੀਮੈਂਟਰੀ ਕਨਾਲ ਦੇ ਵਿੱਚ ਆਪਾਂ ਪੜਾਂਗੇ ਮਨੁੱਖੀ ਆਹਾਰ ਨਲੀ ਕਿੱਦਾਂ ਕੰਮ ਪ੍ਰੋਪਰ ਚੱਲ ਰਿਹਾ ਹੈਗਾ। ਧਿਆਨ ਨਾਲ ਦੇਖੋ, ਸਭ ਤੋਂ ਪਹਿਲਾਂ ਇੰਜੈਸ਼ਨ ਕੀਤਾ ਫੂਡ ਦਾ ਮੂੰਹ ਰਾਹੀਂ, ਫਿਰ ਉਸ ਤੋਂ ਬਾਅਦ ਸਾਰਾ ਪ੍ਰੋਸੈਸ ਡਾਈਜੈਸ਼ਨ ਦਾ ਹੋਇਆ, ਵਿੱਚ ਮੇਦਾ ਇਨਵੋਲਵ ਹੈ, ਠੀਕ ਹੈ, ਤੇ ਨਾਲ ਹੀ ਤੁਹਾਡਾ ਆ ਸਾਰੇ ਪਾਰਟ ਜਿਹੜੇ ਅਲੱਗ-ਅਲੱਗ ਤੁਹਾਨੂੰ ਪਹਿਲਾਂ ਡਿਸਕਸ ਕਰਕੇ ਹਟਿਆ, ਲੀਵਰ ਇਨਵੋਲਵ ਹੈ ਜਾਂ ਪੈਨਕ੍ਰੀਜ਼ ਇਨਵੋਲਵ ਹੈ, ਜਾਂ ਤੁਹਾਡਾ ਬੈਕ ਇੱਥੇ ਆ ਔਰ ਸਪਲੀਨ ਸੀ ਉਹ ਇਨਵੋਲਵਡ ਹੈ। ਉਹ ਸਾਰੀਆਂ ਚੀਜ਼ਾਂ ਆ ਗਈਆਂ, ਸਮਾਲ ਇੰਟੈਸਟਾਈਨ ਸਾਰਾ ਕੁਝ ਉਹ ਡਾਈਜੈਸ਼ਨ ਦੇ ਵਿੱਚ ਆ ਗਿਆ। ਡਾਈਜੈਸ਼ਨ ਤੋਂ ਬਾਅਦ ਜਿਹੜਾ ਨੀਚੇ ਵਾਲਾ ਪੋਰਸ਼ਨ ਹੈ ਅਬਜ਼ੌਰਪਸ਼ਨ ਦਾ, ਉਹ ਹੋ ਗਿਆ। ਅਬਜ਼ੌਰਪਸ਼ਨ ਤੋਂ ਬਾਅਦ ਅਸਿਮੀਲੇਟ ਹੋ ਗਿਆ। ਅਸਿਮੀਲੇਟ ਤੋਂ ਬਾਅਦ ਇਜੈਸ਼ਨ ਜਾਂ ਐਕਸਕ੍ਰੀਸ਼ਨ, ਜਿਹਦੇ ਚ ਉਤਸਰਜਨ ਹੋ ਗਿਆ ਡਾਈਜੈਸਟਡ ਫੂਡ ਦਾ, ਬਾਹਰ ਕੱਢਿਆ ਗਿਆ ਥਰੂ ਦਾ ਐਨਸ।
ਉਹ ਸਾਰਾ ਦਾ ਸਾਰਾ ਪ੍ਰੋਸੈਸ ਆ ਜਿਹੜਾ ਤੁਹਾਡਾ ਕੀ ਚ ਆ ਜਾਂਦਾ, ਐਲੀਮੈਂਟਰੀ ਕਨਾਲ ਦੇ ਵਿੱਚ ਆ ਜਾਂਦਾ। ਸੋ ਇੰਜੈਸ਼ਨ ਪਹਿਲੇ ਨੰਬਰ ਤੇ, ਦੂਜੇ ਤੇ ਡਾਈਜੈਸ਼ਨ, ਤੀਜੇ ਤੇ ਉਸ ਫੂਡ ਦੀ ਅਬਜ਼ੌਰਪਸ਼ਨ, ਚੌਥੇ ਤੇ ਅਸਿਮੀਲੇਸ਼ਨ, ਪੰਜਵੇਂ ਤੇ ਈਜੈਸ਼ਨ। ਡਾਈਜੈਸ਼ਨ ਆ ਜਿਹੜੀ ਆਪਾਂ ਪਹਿਲਾਂ ਮੂੰਹ ਦੇ ਵਿੱਚ ਸਟਾਰਟ ਕਰ ਦਿੰਨੇ ਆ। ਸੋ ਮਾਊਥ ਇਜ਼ ਦਾ ਫਸਟ ਪਾਰਟ ਆਫ ਡਾਈਜੈਸਟਿਵ ਸਿਸਟਮ। ਐਂਟਰੀ ਪੁਆਇੰਟ ਆ ਜਿਹੜੀ ਫੂਡ ਦੀ, ਉਹ ਕੀ ਹੈਗਾ, ਮਾਊਥ ਹੈ। ਸੋ ਇਹਦੇ ਵਿੱਚ ਤੁਸੀਂ ਦੇਖੋਗੇ ਜੀਭ ਇਨਵੋਲਵ ਹੁੰਦੀ ਹੈ, ਤੁਹਾਡੇ ਦੰਦ ਇਨਵੋਲਵ ਨੇ, ਠੀਕ ਹੈ, ਮੂੰਹ ਦੀ ਪੂਰੀ ਕੈਵਿਟੀ ਇਨਵੋਲਵ ਹੈ। ਸੋ ਮੂੰਹ ਦੇ ਅੰਦਰ ਕੀ ਕੀ ਹੁੰਦਾ ਹੈ, ਦੇਖੋ ਟੀਥ ਨੇ ਜਿਹੜੇ ਕੀ ਕੰਮ ਕਰਦੇ ਆ, ਕੱਟ ਕਰਨ ਦਾ ਕੰਮ ਕਰਦੇ ਆ, ਟੀਅਰ ਕਰਨ ਦਾ, ਫੂਡ ਨੂੰ ਕ੍ਰਸ਼ ਕਰਨ ਦਾ ਤੇ ਗ੍ਰਾਈਂਡ ਕਰਨ ਦਾ। ਹੁਣ ਜਿਹੜੇ ਸਲਿਵਰੀ ਗਲੈਂਡਸ ਨੇ ਉਹ ਕੀ ਕੰਮ ਕਰਦੇ ਆ, ਪ੍ਰੋਡਿਊਸ ਕਰਦੇ ਆ ਤੇ ਸਕਰੀਟ ਕਰਦੇ ਆ ਸਲਾਈਵਾ। ਸਲਾਈਵਾ ਕੀ ਹੁੰਦਾ ਹੈਗਾ, ਸਲਾਈਵਾ ਐਕਚੁਅਲ ਦੇ ਵਿੱਚ ਜਿਹੜਾ ਮੂੰਹ ਦਾ ਥੁੱਕ ਹੈ ਉਹ ਇੰਨਾ ਆਮ ਨਹੀਂ ਹੁੰਦਾ, ਉਹਦੇ ਵਿੱਚ ਪਟਾਈਲਿਨ ਜਾਂ ਸਲਿਵਰੀ ਅਮਾਈਲੇਜ਼ ਜਿਹੜਾ ਆ ਐਂਜ਼ਾਈਮ ਬੰਦੇ ਦਾ ਕੰਟੇਨ ਹੁੰਦਾ। ਇਹ ਜਿਹੜਾ ਐਂਜ਼ਾਈਮ ਹੈ ਇਹ ਕੰਮ ਕੀ ਕਰਦਾ ਆ, ਇਹ ਸਟਾਰਚ ਨੂੰ ਤੋੜਦਾ ਆ, ਕਿਹਦੇ ਵਿੱਚ, ਸਮਾਲਰ ਪੋਲੀਸੈਕਰਾਈਡਸ ਦੇ ਵਿੱਚ, ਛੋਟੇ ਛੋਟੇ ਪੋਲੀ। ਸਟਾਰਚ ਹੁਣ ਹੁੰਦਾ ਕੀ ਆ, ਗਲੂਕੋਜ਼ ਦੀ ਲੰਮੀ ਲੜੀ ਨੂੰ ਸਟਾਰਚ ਕਹਿ ਦਿੰਦੇ ਆ, ਜਿਵੇਂ C6H12O6, ਇਹ ਕੀ ਹੋ ਗਿਆ ਤੁਹਾਡਾ, ਗਲੂਕੋਜ਼ ਹੋ ਗਿਆ। ਜਦੋਂ ਗਲੂਕੋਜ਼ ਦੀਆਂ ਕਈ ਲੰਮੀਆਂ ਲੜੀਆਂ ਜੁੜ ਜਾਂਦੀਆਂ ਨੇ ਤਾਂ ਤੁਹਾਡੇ ਕੋਲ ਕੀ ਬਣ ਜਾਂਦਾ ਹੈਗਾ, ਸਟਾਰਚ ਬਣ ਜਾਂਦਾ। ਠੀਕ ਹੈ, ਜਿੱਦਾਂ ਕਈ ਮੋਤੀ ਲੈ ਕੇ ਤੁਸੀਂ ਨੇ ਜੋੜ ਲਏ ਤਾਂ ਉਹ ਮਾਲਾ ਬਣ ਜਾਂਦੀ ਹੈ ਨਾ, ਉਸੇ ਸੈਂਸ ਦੇ ਵਿੱਚ ਜਦੋਂ ਗਲੂਕੋਜ਼ ਦੀ ਲੰਮੀ ਸਟੈਕਿੰਗ ਹੋ ਜਾਂਦੀ ਹੈ ਤਾਂ ਉਹਨੂੰ ਕੀ ਬੋਲ ਦਿੰਦੇ ਆ ਆਪਾਂ, ਸਟਾਰਚ ਬੋਲ ਦਿੰਦੇ ਆ। ਸੋ ਸਟਾਰਚ ਨੂੰ ਜਿਹੜਾ ਬ੍ਰੇਕ ਕਰਨ ਦਾ ਪ੍ਰੋਸੈਸ ਹੈ, ਜੋ ਉਹਨੂੰ ਤੋੜਨ ਦਾ ਕੰਮ ਹੈ, ਉਹ ਮੂੰਹ ਦੇ ਵਿੱਚ ਕਿਹੜਾ ਆਪਣਾ ਐਂਜ਼ਾਈਮ ਕਰਦਾ ਹੈਗਾ, ਪਟਾਈਲਿਨ ਜਾਂ ਸਲਿਵਰੀ ਅਮਾਈਲੇਜ਼। ਤੇ ਜਿਹੜਾ ਡਾਈਜੈਸ਼ਨ ਦਾ ਕੰਮ ਆ ਉਹ ਤੁਹਾਡੇ ਮਾਊਥ ਦੇ ਵਿੱਚ ਹੀ ਸਟਾਰਟ ਹੋ ਗਿਆ, ਇਸੇ ਕਰਕੇ ਤੁਹਾਨੂੰ ਕਿਹਾ ਜਾਂਦਾ ਵੀ ਪੂਰੀ ਤਰ੍ਹਾਂ ਚੱਬ ਕੇ ਭੋਜਨ ਖਾਣਾ ਹੈ। ਹੁਣ ਇਹਦੇ ਫੰਕਸ਼ਨ ਕੀ ਹੈ, ਸਭ ਤੋਂ ਪਹਿਲਾ ਫੰਕਸ਼ਨ ਹੈ ਜਿਹੜਾ ਮਕੈਨੀਕਲ ਡਾਈਜੈਸ਼ਨ ਦਾ। ਠੀਕ ਹੈ, ਮੂੰਹ ਦਾ ਕੰਮ ਕੀ ਹੈਗਾ, ਮਕੈਨੀਕਲੀ ਉਹਨੂੰ ਡਾਈਜੈਸਟ ਕਰੂ, ਬ੍ਰੇਕ ਕਰੂਗਾ। ਅਗੇਨ ਜਦੋਂ ਉਹਨੂੰ ਤੋੜੇਗਾ ਚੰਗੀ ਤਰ੍ਹਾਂ ਤਾਂ ਤੁਸੀਂ ਇਹਦਾ ਕੀ ਕਰ ਰਹੇ ਹੋ, ਸਰਫੇਸ ਏਰੀਆ ਇਨਕਰੀਜ਼ ਕਰ ਰਹੇ ਹੋ। ਸਰਫੇਸ ਏਰੀਆ ਇਨਕਰੀਜ਼ ਹੋ ਕੇ ਜਿਹੜੀ ਕੈਮੀਕਲ ਰਿਐਕਸ਼ਨ ਹੈ ਉਹਦੇ ਲਈ ਜ਼ਿਆਦਾ ਜਗ੍ਹਾ ਅਵੇਲੇਬਲ ਹੋਗੀ ਐਂਜ਼ਾਈਮ ਦੇ ਕੋਲ ਰਿਐਕਸ਼ਨ ਕਰਨ ਦੇ ਲਈ। ਠੀਕ ਹੈ ਜੀ, ਸੋ ਅੱਗੇ ਮੂਵ ਕਰਦੇ ਆਪਾਂ। ਇਸ ਦੇ ਨਾਲ ਹੀ ਆਪਾਂ ਆਪਣੇ ਜਿਹੜੇ ਮੂੰਹ ਦੇ ਦੰਦ ਆ ਉਹ ਵੀ ਡਿਸਕਸ ਕਰ ਲੈਣੇ ਆਂਗੇ। ਮੂੰਹ ਦੇ ਵਿੱਚ ਜਿਹੜੇ ਦੰਦ ਹੈ ਉਹ ਇਹੀ 4 ਕੰਮਾਂ ਲਈ ਕੰਮ ਵਰਤੇ ਜਾਂਦੇ ਆ। ਠੀਕ ਹੈ, ਆਪਣੇ 2 ਵਾਰ ਦੰਦ ਆਉਂਦੇ ਆ, ਪਹਿਲੀ ਮਿਲਕ ਟੀਥ, ਦੂਜੇ ਪਰਮਾਨੈਂਟ। ਸੋ ਆਪਾਂ ਇਹ ਕੀ ਆਂਗੇ, ਹੈਂਸ ਕਾਲਡ ਐਜ਼ ਡਾਈਫਾਇਓਡੋਂਟ। ਠੀਕ ਹੈ, ਸੋ ਮਿਲਕ ਟੀਥ ਕਿੰਨੇ ਹੁੰਦੇ ਆ, 20 ਹੁੰਦੇ ਆ ਗਿਣਤੀ ਚ, ਤੇ ਪਰਮਾਨੈਂਟ ਦੰਦ ਕਿੰਨੇ ਹੁੰਦੇ ਆ, 32 ਹੁੰਦੇ ਆ। ਸੋ 32 ਦੰਦ ਕਿੱਦਾਂ ਹੁੰਦੇ ਆ, ਧਿਆਨ ਨਾਲ ਦੇਖਣਾ। ਆਪਾਂ ਇਹਨੂੰ ਹਾਫ ਚੋਂ ਡਿਵਾਈਡ ਕਰ ਲੈਂਦੇ ਆ ਮੂੰਹ ਨੂੰ। ਆ ਲਓ, ਆਪਾਂ ਕੱਲਾ ਨੀਚੇ ਵਾਲਾ ਪੋਰਸ਼ਨ ਦੇਖਾਂਗੇ। ਜਿਹੜੇ ਆ 2 ਫਰੰਟ ਵਾਲੇ ਦੰਦ ਹੈ ਇਹਨਾਂ ਨੂੰ ਆਪਾਂ ਇਨਸਿਜ਼ਰ ਬੋਲਦੇ ਆ। ਜਿਹੜਾ ਆ ਇੱਕ ਸਿੰਗਲ ਤਿੱਖਾ ਜਿਹਾ ਦੰਦ ਹੈ, ਵੈਂਪਾਇਰ ਟਾਈਪ ਤੁਸੀਂ ਦੇਖੋਗੇ ਆਪਣੇ ਮੂੰਹ ਦੇ ਅੰਦਰ, ਤਾਂ ਕੈਨਾਈਨ ਹੈ। ਜਿਹੜੇ 2 ਦੰਦ ਹੈ ਆਹ ਵਾਲੇ, ਇਹਨਾਂ ਨੂੰ ਪ੍ਰੀਮੋਲਰ ਕਹਿੰਦੇ ਆ। ਜਿਹੜੇ ਬਾਅਦ ਵਾਲੇ 3 ਦੰਦ ਹੈ ਆਹ ਵਾਲੀਆਂ ਜਾੜਾਂ, ਇਹਨਾਂ ਨੂੰ ਆਪਾਂ ਕੀ ਕਹਿੰਦੇ ਆਂਗੇ, ਮੋਲਰ। ਸੋ 2 ਇਨਸਿਜ਼ਰ, 1 ਕੈਨਾਈਨ ਤੇ 2 ਪ੍ਰੀਮੋਲਰ ਤੇ 3 ਮੋਲਰ, ਤਾਂ ਟੋਟਲ ਹੋ ਗਏ ਇਹ ਬੇਟਾ 8। ਸੋ 8 ਐਂਡ 8 ਕਿੰਨੇ ਹੋ ਗਏ, 8 ਇੱਧਰ ਹੋ ਗਏ, 8 ਤੇ 8 ਕਿੰਨੇ ਹੋ ਗਏ, 16, 16 ਹੀ ਉੱਪਰ ਹੋ ਗਏ। ਸੋ ਟੋਟਲ ਕਿੰਨੇ ਦੰਦ ਹੋ ਗਏ, 32 ਦੰਦ। ਸੋ 4 ਟਾਈਪ ਦੇ ਦੰਦ ਹੁੰਦੇ ਆ, ਇਸ ਕਰਕੇ ਆਪਾਂ ਨੂੰ ਹੈਟੇਰੋਡੋਂਟ ਕਹਿੰਦੇ ਆ। ਪ੍ਰੀਮੋਲਰ ਟੀਥ ਨੇ ਜਿਹੜੇ ਉਹ ਕੀ ਹੁੰਦੇ ਹੈਗੇ, ਮਿਲਕ ਟੀਥ ਨਹੀਂ ਹੁੰਦੇ। ਤੁਹਾਡੇ ਦੰਦਾਂ ਜਿਹੜੇ ਮਿਲਕ ਦੁੱਧ ਵਾਲੇ ਦੰਦ ਆ ਉਹਨਾਂ 'ਚ ਪ੍ਰੀਮੋਲਰ ਜਿਹੜੇ ਆ ਉਹ ਅਵੇਲੇਬਲ ਨਹੀਂ ਹੁੰਦੇ, ਉਹ ਬਾਅਦ 'ਚ ਆਉਂਦੇ ਆ। ਅਪਰ ਲੇਅਰ ਜਿਹੜੀ ਟੀਥ ਦੀ ਆ ਉਹਨੂੰ ਕੀ ਕਹਿੰਦੇ ਆਪਾਂ, ਐਨੇਵਲ ਕਹਿੰਦੇ ਆ, ਤੇ ਇਹ ਹਾਰਡੈਸਟ ਪਾਰਟ ਆਫ ਬੋਡੀ ਆ। ਠੀਕ ਹੈ, ਤੇ ਇਨਰ ਲੇਅਰ ਨੂੰ ਕੀ ਕਹਿੰਦੇ ਆ, ਡੈਂਟਾਈਨ ਕਹਿੰਦੇ ਆ। ਜਿਹੜਾ ਥਰਡ ਮੋਲਰ ਹੈ, ਠੀਕ ਹੈ, ਜੋ ਥਰਡ ਆਪਾਂ ਮੋਲਰ ਕਹਿ ਰਹੇ ਆ ਇੱਥੇ, ਆਹ ਵਾਲਾ, ਇਹਨੂੰ ਆਪਾਂ ਵਿਜ਼ਡਮ ਟੁੱਥ ਵੀ ਕਹਿੰਦੇ ਆ, ਅਕਲ ਜਾੜ ਵੀ ਕਹਿੰਦੇ ਆ। ਤੇ ਇਹ ਕਿਹੜੀ ਉਮਰ ਦੇ ਵਿੱਚ ਆਉਂਦਾ, 17 ਤੋਂ 25 ਸਾਲ ਦੀ ਉਮਰ ਦੇ ਵਿੱਚ ਵਿਅਕਤੀ ਦੇ ਆਉਂਦਾ ਹੈ। ਹੁਣ ਜਿਹੜਾ ਫੂਡ ਹੈ ਉਹ ਮਾਊਥ ਰਾਹੀਂ ਹੁੰਦਾ ਹੋਇਆ ਭੋਜਨ ਨਲੀ ਦੇ ਵਿੱਚ ਪ੍ਰਵੇਸ਼ ਕਰੇਗਾ। ਜਿਹੜੀ ਭੋਜਨ ਨਲੀ ਹੈ ਇਹਦੀ ਪੋਜੀਸ਼ਨ ਕੀ ਹੁੰਦੀ ਹੈ, ਧਿਆਨ ਨਾਲ ਦੇਖੋ। ਇਹ ਮਾਊਥ ਤੋਂ ਲੈ ਕੇ ਸਟਮਕ ਤੱਕ ਰਨ ਕਰਦੀ ਹੈ। ਆ ਤੁਹਾਡਾ ਸਟਮਕ ਆ ਗਿਆ, ਇੱਥੇ ਤੱਕ ਆਉਂਦੀ ਹੈ, ਮਾਊਥ ਤੋਂ ਸ਼ੁਰੂ ਹੋ ਜਾਂਦੀ ਹੈ। ਠੀਕ ਹੈ, ਰਨਿੰਗ ਥਰੂ ਦਾ ਥਰੋਇਕਿਕ ਕੈਵਿਟੀਜ਼। ਠੀਕ ਹੈ, ਇਟ ਲਾਈਜ਼ ਬਿਹਾਈਂਡ ਵਿੰਡ ਪਾਈਪ। ਵਿੰਡ ਪਾਈਪ ਦੇ ਪਿੱਛੇ ਲਾਈ ਕਰਦੀ ਹੈ, ਜੋ ਵਿੰਡ ਪਾਈਪ ਹੈ ਟਰੈਕੀਆ, ਇਹਦੀ ਬੈਕ ਤੇ ਲਾਈ ਕਰਦੀ ਹੈ। ਹੁਣ ਜਿਹੜਾ ਟਰੈਕੀਆ ਇਦਾਂ ਦਾ ਭੋਜਨ ਹੈ ਜਿਹੜਾ
ਕਿਸੇ ਟਾਈਮ ਕੀ ਹੋਵੇ ਫੂਡ ਪਾਈਪ 'ਚ ਚਲਿਆ ਜਾਵੇ, ਕਿਸੇ ਟਾਈਮ ਕੀ ਹੋਵੇ ਭੋਜਨ ਨਲੀ 'ਚ ਚਲਿਆ ਜਾਵੇ। ਇਸ ਚੀਜ਼ ਨੂੰ ਰੋਕਣ ਦੇ ਲਈ ਟਰੈਕੀਆ ਦੇ ਉੱਤੇ ਕੀ ਲੱਗਿਆ ਹੁੰਦਾ, ਐਪੀਗਲੋਟਿਸ। ਇਹ ਕੀ ਕਰਦਾ ਹੈ, ਪ੍ਰੀਵੈਂਟ ਕਰਦਾ ਆ ਫੂਡ ਇੱਧਰ ਨਾ ਜਾਵੇ, ਫੂਡ ਕਿੱਧਰ ਜਾਵੇ, ਤੁਹਾਡੀ ਈਸੋਫੇਗਸ ਦੇ ਵਿੱਚ ਜਾਵੇ। ਸੋ ਈਸੋਫੇਗਸ ਦੇ ਵਿੱਚ ਜਾਣ ਦੇ ਲਈ ਜਿਹੜਾ ਕੰਟਰੋਲ ਆ ਉਹ ਕੌਣ ਕਰਦਾ, ਐਪੀਗਲੋਟਿਸ ਕਰਦਾ ਆ। ਇਹ ਵਿੰਡ ਪਾਈਪ ਦੇ ਵਿੱਚ ਆਉਣ ਨਹੀਂ ਦਿੰਦਾ ਤੇ ਈਸੋਫੇਗਸ ਦੇ ਥਰੂ ਟਰੈਵਲ ਕਰਦਾ ਹੈ। ਹੁਣ ਈਸੋਫੇਗਸ ਕਿੱਦਾਂ ਟਰੈਵਲ ਕਰਦਾ ਫੂਡ, ਇਹਦੇ ਵਿੱਚ ਇਨਵੋਲੈਂਟਰੀ ਜਿਹੜੀ ਮੂਵਮੈਂਟ ਚੱਲਦੀ ਰਹਿੰਦੀ ਆ। ਉੱਪਰੋਂ ਫੂਡ ਦੱਬਿਆ ਜਾਈ ਜਾਂਦਾ, ਇਹ ਨੀਚੇ ਵੱਲ ਨੂੰ ਮੂਵ ਕਰਦਾ ਰਹਿੰਦਾ। ਉੱਪਰੋਂ ਕੰਟਰੈਕਟ ਹੋਈ ਜਾਂਦੀ ਹੈ, ਨੀਚੇ ਨੂੰ ਫੂਡ ਆ ਜਿਹੜਾ ਚੱਲਦਾ ਜਾਂਦਾ ਹੈ। ਜਿਵੇਂ ਆਪਾਂ ਉੱਪਰੋਂ ਕੋਈ ਦੱਬ ਰਿਹਾ ਹੋਏ, ਜੇ ਕੋਈ ਚੀਜ਼ ਪਾਈਪ ਦੇ ਵਿੱਚ ਹੁੰਦੀ ਆ, ਆਪਾਂ ਦੱਬਦੇ ਹਾਂ ਤਾਂ ਉਹ ਅੱਗੇ ਨੂੰ ਚੱਲਦੀ ਆ ਨਾ, ਉਸੇ ਤਰੀਕੇ ਨਾਲ ਅੱਗੇ ਨੂੰ ਚੱਲ ਕੇ ਫੂਡ ਨੂੰ ਜਿਹੜਾ ਇੱਥੇ ਤੱਕ ਪਹੁੰਚਦਾ ਕਰਦਾ। ਹੁਣ ਸਟਮਕ ਦੇ ਵਿੱਚ ਹੁੰਦਾ ਐਸਿਡ, ਠੀਕ ਹੈ। ਸਟਮਕ ਦੇ ਵਿੱਚ ਕੀ ਹੁੰਦਾਗਾ, ਐਸਿਡ। ਇਸ ਕਰਕੇ ਐਸਿਡ ਜਿਹੜਾ ਬੈਕ ਇੱਧਰ ਪ੍ਰਵੇਸ਼ ਨਾ ਕਰ ਜੇ, ਫੂਡ ਤਾਂ ਸਿੱਧਾ ਚੱਲ ਜਾਵੇ ਪਰ ਐਸਿਡ ਵਾਪਸ ਨਾ ਜਾਵੇ, ਇਸ ਕਰਕੇ ਇਹਦੇ ਵਿੱਚ ਲੱਗੀ ਹੁੰਦੀ ਹੈ ਈਸੋਫੇਗਲ ਸਪਿੰਸਟਰ। ਜਿਹੜਾ ਮੇਨ ਕੰਮ ਕੀ ਹੁੰਦਾਗਾ, ਐਸਿਡ ਜਿਹੜਾ ਬੈਕ ਨਾ ਚਲਿਆ ਜਾਵੇ। ਸੋ ਜਿਹੜੀ ਲਾਈਨਿੰਗ ਹੈ ਈਸੋਫੇਗਸ ਦੀ ਮਿਊਕਸ ਸਕਰੀਟ ਕਰਦੀ ਰਹਿੰਦੀ ਹੈ, ਸੋ ਦੈਟ ਜਿਹੜੀ ਮੂਵਮੈਂਟ ਹੈ ਉਹ ਫੂਡ ਦੀ ਉਹ ਲੁਬਰੀਕੇਟ ਹੋ ਕੇ ਹੁੰਦੀ ਰਹੇ, ਫ੍ਰਿਕਸ਼ਨਲੈਸ। ਲੁਬਰੀਕੇਟਿੰਗ ਮੀਨਸ ਕੀ ਹੋ ਗਿਆ, ਫ੍ਰਿਕਸ਼ਨਲੈਸ। ਅਦਰਵਾਈਜ਼ ਤਾਂ ਅੰਦਰ ਜ਼ਖਮ ਵੀ ਹੋ ਸਕਦੇ ਆ। ਹੁਣ ਜਿਹੜਾ ਫੂਡ ਹੈ ਉਹ ਈਸੋਫੇਗਲ ਸਪਿੰਸਟਰ ਤੋਂ ਹੁੰਦਾ ਹੋਇਆ, ਈਸੋਫੇਗਲ ਸਪਿੰਸਟਰ ਤੋਂ ਹੁੰਦਾ ਹੋਇਆ ਕਿੱਥੇ ਪ੍ਰਵੇਸ਼ ਕਰ ਗਿਆ, ਆਪਣੇ ਕੋਲ ਆ ਗਿਆ, ਆਪਣੇ ਕੋਲ ਆ ਚੁੱਕਿਆ ਉਹ ਸਟਮਕ ਦੇ ਅੰਦਰ। ਹੁਣ ਸਟਮਕ ਦੇ ਜਿਹੜੀ ਸ਼ੇਪ ਹੈ ਉਹ ਜੇ ਸ਼ੇਪਡ ਹੁੰਦਾ, ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਆਪਾਂ ਨੇ, ਆ ਜੇ ਸ਼ੇਪ ਹੋ ਗਿਆ ਤੁਹਾਡਾ, ਠੀਕ ਹੈ। ਸੋ ਇਹਦੇ ਵਿੱਚ ਇਨਰ ਫੋਲਡਸ ਲੱਗੇ ਹੋਏ ਹੁੰਦੇ ਨੇਗੇ, ਉਹਨਾਂ ਦਾ ਮੇਨ ਪਰਪਸ ਕੀ ਹੁੰਦਾਗਾ, ਸੋ ਦੈਟ ਉਹ ਏਰੀਆ ਜ਼ਿਆਦਾ ਦੇ ਦੇਣ। ਜਿਵੇਂ ਆ ਦੇਖੋ ਰਗਾਈ ਬਣੇ ਹੋਏ ਨੇ ਨਾ ਇਹਦੇ ਅੰਦਰ, ਧਿਆਨ ਨਾਲ ਦੇਖੋਗੇ ਤੁਸੀਂ, ਸੋ ਦੈਟ ਸਰਫੇਸ ਏਰੀਆ ਜਿਹੜਾ ਜ਼ਿਆਦਾ ਇਨਕਰੀਜ਼ ਹੋ ਜਾਵੇ। ਹੁਣ ਇਹਦਾ ਮੇਨ ਪਰਪਸ ਕੀ ਹੈਗਾ, ਇਹਨੇ ਮਕੈਨੀਕਲ ਡਾਈਜੈਸ਼ਨ ਕਰਨੀ ਆ ਫੂਡ ਦੀ। ਉਹਦੇ ਵਿੱਚ ਕੀ ਕਰਨਾ ਹੈਗਾ, ਇਹਨੇ ਬੋਲਸ ਨੂੰ ਹੋਰ ਤੋੜਨਾ ਹੈ, ਮਿਕਸ ਕਰਨਾ ਹੈ ਗੈਸਟ੍ਰਿਕ ਜੂਸਸ ਦੇ ਨਾਲ। ਜਿਹੜੇ ਇਹਦੇ ਅੰਦਰ ਸਕਰੀਟ ਕਰੇ ਜਾਂਦੇ ਆ ਗੈਸਟ੍ਰਿਕ ਜੂਸਸ, ਉਹਨਾਂ ਦੇ ਵਿੱਚ ਰਲਾ ਦੇਣਾ ਪੂਰੇ ਫੂਡ ਨੂੰ। ਹੁਣ ਉਹ ਜਿਹੜਾ ਫੂਡ ਹੈ ਉਹ ਗੈਸਟ੍ਰਿਕ ਜੂਸਸ ਦੇ ਵਿੱਚ ਕਿਹੜੀ ਕਿਹੜੀ ਚੀਜ਼ ਆ ਜਾਂਦੀਆਂ, ਜਿਵੇਂ HCl ਆ ਗਿਆ, ਹਾਈਡਰੋਕਲੋਰਿਕ ਐਸਿਡ ਆ ਗਿਆ, ਕੁਝ ਸਾਲਟਸ ਆ ਗਏ, ਕੁਝ ਐਂਜ਼ਾਈਮਸ ਆ ਗਏ, ਵਾਟਰ, ਮਿਊਕਸ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਗੈਸਟ੍ਰਿਕ ਜੂਸਸ ਦੇ ਅੰਡਰ ਆ ਗਏ। HCl ਦਾ ਮੇਨ ਪਰਪਸ ਕੀ ਹੈਗਾ, ਇਹ ਬ੍ਰੇਕ ਡਾਊਨ ਕਰਨ ਦੇ ਵਿੱਚ ਮਦਦ ਕਰਦਾ ਫੂਡ ਦੀ। ਸੈਕੰਡ ਮੋਸਟ ਇੰਪੋਰਟੈਂਟ ਕੰਮ ਕੀ ਆ, ਸਪੋਜ਼ ਕਰ ਲਓ ਤੁਸੀਂ ਕੋਈ ਇੰਜੈਸਟ ਕਰਦੇ ਟਾਈਮ ਬੈਕਟੀਰੀਆ ਇੰਜੈਸਟ ਕਰ ਲਿਆ, ਹੱਥ ਨਹੀਂ ਧੋਏ ਜਾਂ ਖਾਣਾ ਵਧੀਆ ਨਹੀਂ ਖਾਦਾ, ਠੀਕ ਹੈ, ਤਾਂ ਉਸ ਕੇਸ ਦੇ ਵਿੱਚ ਜਿਹੜਾ ਬੈਕਟੀਰੀਆ ਹੈ ਉਹਨੂੰ ਮਾਰਨ ਦੇ ਵਿੱਚ ਵੀ ਜਿਹੜਾ ਇਹ ਐਸਿਡ ਹੈ ਇਹ ਕੰਮ ਕਰਦਾ ਹੈ। ਸੋ ਜਿਹੜਾ ਬੋਲਸ ਹੈ ਜਿਹਦੇ ਵਿੱਚ ਹੁਣ ਸਾਰਾ ਮਤਲਬ ਬ੍ਰੇਕ ਡਾਊਨ ਕਰ ਲਿਆ ਇਹਨਾਂ ਨੇ ਤੇ HCl ਰਲ ਚੁੱਕਿਆ, ਉਹਨੂੰ ਕੀ ਬੋਲਦੇ ਆਪਾਂ ਹੁਣ, ਚਾਈਮ ਕਹਿੰਦੇ ਆ। ਐਟ ਦੈਟ ਮੂਮੈਂਟ ਪਹਿਲਾਂ ਬੋਲਸ ਕਹਿ ਰਹੇ ਸੀ, ਉਸ ਤੋਂ ਹੁੰਦਾ ਹੋਇਆ ਹੁਣ ਅੰਦਰ ਕੀ ਕਹਿ ਰਹੇ ਆ, ਉਹਨੂੰ ਚਾਈਮ। ਫਿਰ ਉਹ ਇੱਥੋਂ ਆਹ ਦੇਖੋ ਆਹ ਵਾਲੀ ਸਟਰਕਚਰ ਬਣ ਰਹੀ ਹੈ ਨਾ ਇਦਾਂ ਜੇ ਜਾ, ਤਾਂ ਇਹਨੂੰ ਡਿਊਡੇਨਮ ਬੋਲਦੇ ਆ, ਇਹਦੇ ਥਰੂ ਹੋ ਕੇ ਜਾਏਗਾ ਅੱਗੇ। ਹੁਣ ਸੋ ਹੁਣ ਐਂਜ਼ਾਈਮਸ ਆ ਜਿਹੜੇ ਸਟਮਕ ਦੇ ਉਹ ਰਿਐਕਸ਼ਨ ਕਰਨਾ ਸਟਾਰਟ ਕਰ ਚੁੱਕੇ ਨੇ। ਐਂਜ਼ਾਈਮ ਸਟਮਕ ਦੇ ਵਿੱਚ ਕੀ ਕੀ ਰਿਐਕਸ਼ਨ ਕਰਦੇ ਨੇ ਆਪਾਂ ਪੜ੍ਹ ਰਹੇ ਹਾਂ। ਐਸਿਡਿਕ এনवायरमेंट ਹੋਇਆ ਹੋਇਆ HCl ਦੇ ਸਕ੍ਰੀਸ਼ਨ ਕਰਕੇ। ਸਾਰੇ ਮਾਈਕਰੋਬਸ ਦਾ ਜਿਹੜੇ ਬੋਲਸ ਦੇ ਵਿੱਚ ਫਾਊਂਡ ਹੁੰਦੇ ਸੀ ਉਹ ਸਾਰੇ ਦੇ ਸਾਰੇ ਮਾਰੇ ਜਾ ਚੁੱਕੇ ਆ, ਠੀਕ ਹੈ। pH ਕਿੰਨੇ ਦੇ ਅਰਾਊਂਡ ਆ ਗਿਆ, 2 ਦੇ ਅਰਾਊਂਡ। pH ਕਿੱਦਾਂ ਵੇਰੀ ਕਰਦਾ, ਦੇਖੋ pH ਇੱਕ ਸਕੇਲ ਹੁੰਦਾਗਾ, ਯੂਨੀਵਰਸਲ ਇੰਡੀਕੇਟਰ ਸਕੇਲ, ਜਿਹਦੇ ਵਿੱਚ ਆਪਾਂ 7 ਨੂੰ ਕੀ ਮੰਨਦੇ ਆ, ਨਿਊਟਰਲ, 7 ਤੋਂ ਘੱਟ ਵਾਲੇ ਨੂੰ ਐਸਿਡਿਕ ਤੇ 7 ਤੋਂ ਵੱਧ ਵਾਲੇ ਨੂੰ ਬੇਸਿਕ। ਸੋ ਐਸਿਡਿਕ 1 ਤੋਂ ਸ਼ੁਰੂ ਹੋ ਜਾਂਦੇ ਆ, 14 ਤੱਕ ਜਾਂਦਾ ਹੈ ਸਕੇਲ, ਤਾਂ ਕਿੱਥੇ ਆ ਜਾਂਦੀ ਹੈ pH, 2 ਤੇ ਆ ਜਾਂਦੀ ਹੈ। ਜਿਹੜੀ 2 ਦੀ pH ਹੈ ਇਹ ਬਹੁਤ ਜ਼ਿਆਦਾ ਹਾਈ ਹੈ ਤੇ ਸਟਮਕ ਇਟਸੈਲਫ ਆਪਦੇ ਆਪ ਨੂੰ ਖਾ ਜਾਵੇ, ਤਾਂ ਇਸ ਨੂੰ ਪ੍ਰੀਵੈਂਟ ਕਰਨ ਦੇ ਲਈ ਸਟਮਕ ਦੇ ਵਿੱਚ ਕੀ ਲੱਗਿਆ ਹੋਇਆ ਹੁੰਦਾ, ਮਿਊਕਸ ਲੱਗਿਆ ਹੋਇਆ ਹੁੰਦਾ। ਸੋ ਮਿਊਕਸ ਜਿਹੜਾ ਆ ਉਹ ਪ੍ਰੀਵੈਂਟ ਕਰਦਾ ਹੈ ਸਟਮਕ ਨੂੰ ਆਪਣੇ ਆਪ ਨੂੰ ਡਾਈਜੈਸਟ ਕਰਨ ਤੋਂ। ਹੁਣ ਜਿਹੜਾ ਐਟ ਦਾ ਐਂਡ ਕੀ ਹੁੰਦਾ, ਹੁਣ ਪੈਪਸਿਨ ਸਕਰੀਟ ਹੁੰਦਾ ਫਿਰ ਸੈਕਿੰਡ ਦੇ ਉੱਤੇ। ਦੇਖੋ ਜਿਹੜਾ ਮਤਲਬ ਕਾਰਬੋਹਾਈਡਰੇਟ ਹੈ ਉਹ ਸਟਾਰਚ ਹੈ, ਉਹ ਕਨਵਰਟ ਹੋ ਚੁੱਕੇ ਆ ਸਿੰਪਲ, ਠੀਕ ਹੈ। ਹੁਣ ਕੀ ਹੈਗਾ, ਆਪਾਂ ਨੇ ਪ੍ਰੋਟੀਨ ਨੂੰ ਬ੍ਰੇਕ ਡਾਊਨ ਕਰਨਾ। ਸੋ ਬ੍ਰੇਕ ਡਾਊਨ ਪ੍ਰੋਟੀਨ ਨੂੰ ਕਰਨ ਦਾ ਪੈਪਸਿਨ ਕੰਮ ਕਰਦਾ ਹੈਗਾ। ਪੈਪਸਿਨ ਹੈ ਜਿਹੜਾ ਇਹਨੂੰ ਪੋਲੀਪੈਪਟਾਈਡ ਜਾਂ ਪੈਪਟੋਨਸ ਦੇ ਵਿੱਚ ਕਨਵਰਟ ਕਰ ਦਿੰਦਾ। ਹੁਣ ਪੈਪਟੋਨਸ ਕੀ ਹੁੰਦੇ ਆ, ਇਹ ਸੋਲੂਬਲ ਪ੍ਰੋਟੀਨ ਹੁੰਦੇ ਆ ਜਿਹੜੇ ਅਰਲੀ ਸਟੇਜ ਦੇ ਉੱਤੇ ਬਣਦੇ ਆ ਜਦੋਂ ਪ੍ਰੋਟੀਨ ਆ ਜਿਹੜਾ ਤੁਹਾਡਾ ਡਾਈਜੈਸ਼ਨ ਦੇ ਟਾਈਮ ਦੇ ਵਿੱਚ ਤੋੜਿਆ ਜਾਂਦਾ ਹੈ, ਠੀਕ ਹੈ। ਨਾਓ ਅੱਗੇ ਹੁਣ ਜਿਹੜਾ 2 pH ਜਦ ਇਹ ਹੋਗੀ ਤਾਂ ਉਸ ਦੇ ਅਰਾਊਂਡ ਕੀ ਆ, ਜਿਹੜਾ ਸਲਿਵਰੀ ਗਲੈਂਡ ਦੇ ਵਿੱਚੋਂ ਜਿਹੜਾ ਐਂਜ਼ਾਈਮ ਆਇਆ ਸੀ ਪਟਾਇਲਿਨ, ਉਹ ਬ੍ਰੇਕਿੰਗ ਡਾਊਨ ਆ ਜਿਹੜੀ ਉਹ ਸਟਾਪ ਕਰ ਦਿੰਦਾ।
ਹੁਣ ਤੋਂ ਅਸੀਂ ਪੜ੍ਹਨਾ ਪਾਇਲੋਰਿਕ ਸਪਿੰਸਟਰ ਕੀ ਹੁੰਦੀ ਹੈ। ਪਾਇਲੋਰਿਕ ਸਪਿੰਸਟਰ ਕੀ ਹੈਗੀ, ਜਦੋਂ ਫੂਡ ਸਟਮਕ ਤੋਂ ਹੋ ਕੇ ਨੀਚੇ ਜਾਏਗਾ ਤਾਂ ਉਹ ਉੱਥੇ ਜਿਹੜਾ ਰਸਤੇ ਦੇ ਉੱਤੇ ਲੱਗਿਆ ਹੋਇਆਗਾ, ਪਾਸ ਲੱਗਿਆ ਹੋਇਆਗਾ, ਜੋ ਚੀਜ਼ ਉਹਨੂੰ ਕੰਟਰੋਲ ਕਰਦੀ ਹੈ, ਉਹਨੂੰ ਕੀ ਬੋਲਦੇ ਹੈਗੇ, ਪਾਇਲੋਰਿਕ ਸਪਿੰਸਟਰ। ਹੁਣ ਸਟਮਕ ਆਪਦੇ ਆਪ ਨੂੰ ਡਾਈਜੈਸਟ ਕਿਵੇਂ ਨਹੀਂ ਕਰਦਾ, ਉਹ ਆਪਾਂ ਤਿੰਨ ਤਰੀਕੇ ਨਾਲ ਸਮਝਾਂਗੇ, ਫਸਟ, ਸੈਕੰਡ ਐਂਡ ਥਰਡ। ਫਸਟ ਦੇ ਵਿੱਚ ਕੀ ਹੈਗਾ, ਉਹ ਉਦੋਂ ਹੀ ਗੈਸਟ੍ਰਿਕ ਜੂਸ ਛੱਡਦਾ ਜਦੋਂ ਫੂਡ ਆਉਂਦਾ, ਅਦਰਵਾਈਜ਼ ਨਹੀਂ ਛੱਡਦਾ, ਘੱਟ ਛੱਡਦਾ, ਓਨਲੀ secrete small amounts of gastric juices until food is present, means ਥੋੜਾ ਥੋੜਾ ਕਰਕੇ ਜਿਹੜਾ ਇਹ ਛੱਡਦਾ ਰਹਿੰਦਾ। ਸੈਕੰਡ ਦੇ ਉੱਤੇ ਕੀ ਹੈਗਾ, ਜਿਹੜੀ ਸਕਰੀਸ਼ਨ ਹੈ ਮਿਊਕਸ ਦੀ, ਠੀਕ ਹੈ, ਉਹ ਕੀ ਕਰਦੀ ਹੈ, ਕੋਟਿੰਗ ਕਰਕੇ ਰੱਖਦੀ ਹੈ ਇਹਦੇ ਆਲੇ ਦੁਆਲੇ, ਇੱਥੇ ਮਿਊਕਸ ਦੀ ਲੇਅਰ ਬਣੀ ਵੀ ਹੁੰਦੀ ਹੈ, ਸੋ ਦੈਟ ਉਹਨੂੰ ਉਹ ਪ੍ਰੋਟੈਕਟ ਕਰਕੇ ਰੱਖੇ। ਥਰਡ ਮੈਕੈਨਿਜ਼ਮ ਕੀ ਹੈਗਾ, ਹੁਣ ਪੈਪਸਿਨ ਆਪਾਂ ਨੂੰ ਚਾਹੀਦਾ, ਤਾਂ ਪੈਪਸਿਨ ਕੀ ਹੈਗਾ, ਤੁਹਾਨੂੰ ਇਨਐਕਟਿਵ ਪ੍ਰੋਟੀਨ ਪੈਪਸੀਨੋਜਨ ਦੇ ਫਾਰਮ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ, ਕਿਹਦੇ ਵਿੱਚ, ਸਟਮਕ ਦੇ ਵਿੱਚ, ਜਿੱਥੇ ਕੀ ਹੈਗਾ ਜਦੋਂ pH 1 ਹੋ ਗਈ ਨਾਲ ਦੀ ਨਾਲ ਇਹ ਕਿਹਦੇ ਚ ਕਨਵਰਟ ਹੋ ਜਾਊਗਾ, ਪੈਪਸਿਨ ਚ ਕਨਵਰਟ ਹੋ ਜਾਊਗਾ। ਸੋ ਇਸ ਤਰ੍ਹਾਂ ਨਾਲ ਪੇਟ ਦੀ ਜਿਹੜੀ ਐਸਿਡਿਟੀ ਆ ਉਹ ਕੰਟਰੋਲ ਕਰੀ ਜਾਂਦੀ ਆ, ਆਟੋ ਮੈਕੈਨਿਜ਼ਮ ਤੁਹਾਡੇ ਪੇਟ ਦਾ ਜਿਹੜਾ ਵਰਕ ਕਰਦਾ ਆ। ਹੁਣ ਜਿਹੜਾ ਫੂਡ ਹੈ ਉਹ ਸਮਾਲ ਇੰਟੈਸਟਾਈਨ ਜਾਂ ਛੋਟੀ ਆਂਦਰ ਦੇ ਵਿੱਚ ਐਂਟਰ ਕਰ ਚੁੱਕਿਆ। ਜਿਹੜੀ ਆ ਤੁਸੀਂ ਅੰਦਰ ਦੇਖ ਰਹੇ ਹੋ ਕਾਫੀ ਲੰਮੀ ਲੈਂਥ ਦੇ ਵਿੱਚ ਸਮਾਲ ਇੰਟੈਸਟਾਈਨ ਹੈ। ਸਮਾਲ ਇੰਟੈਸਟਾਈਨ ਜਿਹੜੀ ਕੰਪਲੀਟ ਡਾਈਜੈਸ਼ਨ ਲਈ ਰਿਸਪੌਂਸੀਬਲ ਹੈ, ਸਾਰੇ ਮੈਕਰੋਮੋਲੀਕਿਊਲ ਜਿੰਨੇ ਵੀ ਵੱਡੇ ਮੈਕਰੋਮੋਲੀਕਿਊਲਸ ਨੇ ਸਾਰਿਆਂ ਦੀ ਡਾਈਜੈਸ਼ਨ ਹੈ, ਜਿਹੜੀ ਅਬਜ਼ੌਰਪਸ਼ਨ ਹੈ ਉਹ ਇੱਥੇ ਹੋ ਜਾਣੀ ਹੈ, ਠੀਕ ਹੈ। ਸੋ ਇਹਦੇ ਵਿੱਚ ਕੀ ਹੁੰਦੀਆਂ ਨੇ, ਫਿੰਗਰ ਲਾਈਕ ਪ੍ਰੋਜੈਕਸ਼ਨਸ ਹੁੰਦੀਆਂ ਨੇ, ਜਿਵੇਂ ਤੁਸੀਂ ਆ ਦੇਖ ਰਹੇ ਹੋ ਸਮਾਲ ਇੰਟੈਸਟਾਈਨ, ਤਾਂ ਇਹਦੇ ਅੰਦਰ ਫਿੰਗਰ ਲਾਈਕ ਪ੍ਰੋਜੈਕਸ਼ਨਸ ਹੋਣਗੀਆਂ। ਜਿਹੜੀਆਂ ਫਿੰਗਰ ਲਾਈਕ ਪ੍ਰੋਜੈਕਸ਼ਨਸ ਨੇ ਇਹ ਸਰਫੇਸ ਏਰੀਆ ਇਨਕਰੀਜ਼ ਕਰਦੀਆਂ ਨੇ ਨੰਬਰ 1 ਤੇ, ਨੰਬਰ 2 ਦੇ ਉੱਤੇ ਕੀ ਕਰਦੀਆਂ ਨੇ, ਇਹਨਾਂ ਦਾ ਨਾਮ ਕੀ ਹੈਗਾ, ਵਿਲਾਈ ਹੈ, ਇਹ ਬਲੱਡ ਵੈਸਲਸ ਦੇ ਨਾਲ ਕਨੈਕਟ ਹੁੰਦੀਆਂ ਨੇ ਸੈਕੰਡ ਦੇ ਉੱਤੇ। ਫੂਡ ਹੈ ਜਿਹੜਾ 4 ਤੋਂ 8 ਘੰਟੇ ਦੇ ਵਿੱਚ ਹੈ ਜਿਹੜਾ ਸਮਾਲ ਇੰਟੈਸਟਾਈਨ ਦੇ ਵਿੱਚ ਰਹਿੰਦਾ ਹੈਗਾ, ਜ਼ਿਆਦਾ ਸਮਾਂ ਸਮਾਲ ਇੰਟੈਸਟਾਈਨ ਦੇ ਵਿੱਚ ਹੀ ਬਤੀਤ ਕਰਦਾ ਹੈ। ਤਾਂ ਇਹਦੇ 3 ਪਾਰਟ ਹੈ, ਪਹਿਲਾ ਡਿਊਡੇਨਮ, ਦੂਜਾ ਜੇਜੇਨਮ, ਤੀਜਾ ਇਲੀਅਮ। ਸੋ ਦੋਨਾਂ ਦੇ ਵਿੱਚ ਧਿਆਨ ਨਾਲ ਦੇਖੋ, ਮੋਸਟਲੀ ਨੋ ਡਾਈਜੈਸ਼ਨ ਜਿਹੜੀ ਹੈ ਟੇਕ ਪਲੇਸ ਹੁੰਦੀ ਹੈ, ਜ਼ਿਆਦਾਤਰ ਡਾਈਜੈਸ਼ਨ ਹੈ ਜਿਹੜੀ ਉਹ ਕਿੱਥੇ ਹੋ ਜਾਂਦੀ ਹੈ, ਡਿਊਡੇਨਮ ਦੇ ਵਿੱਚ ਕੰਪਲੀਟ ਹੋ ਜਾਂਦੀ ਹੈ। ਜਿਹੜਾ ਡਿਊਡੇਨਮ ਹੈ ਤੁਹਾਨੂੰ ਪਹਿਲਾਂ ਵੀ ਦਿਖਾਇਆ ਵੀ ਆਪਾਂ ਯੂ ਸ਼ੇਪਡ ਜਿਹੜਾ ਸਟਰਕਚਰ ਹੈ, ਇਹ ਕੀ ਹੈਗੀ, ਅਪਰੋਕਸੀਮੇਟਲੀ 30 ਸੈਂਟੀਮੀਟਰ ਲੈਂਥ ਦੀ ਹੁੰਦੀ ਹੈ ਤੇ ਮੋਸਟ ਆਫ ਦਾ ਡਾਈਜੈਸ਼ਨ ਪ੍ਰੋਸੈਸ ਹੈ ਜਿਹੜਾ ਇੱਥੇ ਕੰਪਲੀਟ ਹੋ ਜਾਂਦਾ ਹੈ। ਜਿਹੜੇ ਇਹਦੇ ਵਿੱਚ ਐਂਜ਼ਾਈਮ ਸਕਰੀਟ ਕਰੇ ਜਾਂਦੇ ਆ, ਤੁਸੀਂ ਦੇਖੋ ਪੈਨਕ੍ਰੀਜ਼ ਦਾ ਓਪਨਿੰਗ ਹੋ ਗਈ ਇਹਦੇ ਵਿੱਚ, ਠੀਕ ਹੈ, ਬਾਈਲ ਡਕਟਸ ਦੀ ਸਾਰਿਆਂ ਦੀ ਇਹਦੀ ਓਪਨਿੰਗ ਹੋ ਗਈ, ਗਾਲ ਬਲੈਡਰ ਦੀ ਓਪਨਿੰਗ ਇੱਥੇ ਹੋ ਰਹੀ ਹੈ, ਲਿਵਰ ਦੀ ਓਪਨਿੰਗ ਇੱਥੇ ਹੋ ਰਹੀ ਹੈ, ਸਾਰਿਆਂ ਦੀ ਓਪਨਿੰਗਸ ਕਿਹਦੇ ਵਿੱਚ ਹੋ ਰਹੀਆਂ ਨੇ, ਤੁਹਾਡੀਆਂ ਮੇਨਲੀ ਇਹ ਵਾਲੇ ਡਿਊਡੇਨਮ ਦੇ ਵਿੱਚ ਹੋ ਰਹੀਆਂ ਨੇ। ਸੋ ਸਾਰੇ ਜੂਸਸ ਇਹਦੇ ਵਿੱਚ ਹੁੰਦੇ ਹੈਗੇ। ਅਗੇਨ ਇਹ ਕੀ ਹੈਗਾ, ਮਿਡਲ ਪਾਰਟ ਤੇ ਸਟਮਕ ਦੇ ਵਿਚਕਾਰਲਾ ਪਾਰਟ ਹੈ, ਇਹਦੇ ਉੱਤੇ ਸਟਮਕ ਹੈ ਜੇ ਸ਼ੇਪ ਦਾ, ਇਦੋਂ ਅੱਗੇ ਸਮਾਲ ਇੰਟੈਸਟਾਈਨ ਹੈ ਸਾਰੀ, ਇਹ ਹੈ ਪਾਰਟ ਸਮਾਲ ਇੰਟੈਸਟਾਈਨ ਦਾ ਹੀ, ਪਰ ਜ਼ਿਆਦਾਤਰ ਸਾਰਾ ਪ੍ਰੋਸੈਸ ਇੱਥੇ ਹੀ ਹੋ ਜਾਂਦਾ। ਸੋ ਪੈਨਕ੍ਰੀਜ਼ ਦਾ ਕੀ ਰੋਲ ਹੈ, ਪੈਨਕ੍ਰੀਜ਼ ਜਿਹੜਾ ਸਟਮਕ ਦੀ ਬੈਕ ਦੇ ਉੱਤੇ ਹੁੰਦਾ, ਤਾਂ ਇਹ ਦੋ ਜਿਹੜੇ ਆ ਚੀਜ਼ਾਂ ਪ੍ਰੋਡਿਊਸ ਕਰਦਾ, ਪਹਿਲੀ ਇਨਸੂਲਿਨ, ਦੂਜੀ ਗਲੂਕਾਗਨ। ਦੋਨੋਂ ਦਾ ਪਰਪਸ ਅਲੱਗ-ਅਲੱਗ ਹੈ, ਇਹ ਦੋਨੋਂ ਹੀ ਗਲੂਕੋਜ਼ ਲੈਵਲ ਨੂੰ ਜਿਹੜਾ ਬਲੱਡ ਦੇ ਵਿੱਚ ਮੇਨਟੇਨ ਕਰਕੇ ਰੱਖਦੇ ਆ ਥਰੂ ਫੀਡਬੈਕ, ਇੱਕ ਦੂਜੇ ਨੂੰ ਫੀਡਬੈਕ ਦਿੰਦੇ ਰਹਿੰਦੇ ਆ, ਵਧਾਣਾ ਤਾਂ ਇੱਕ ਚੀਜ਼ ਡਾਊਨ ਹੋ ਜਾਏਗੀ, ਦੂਜੀ ਚੀਜ਼ ਅਪ ਹੋ ਜਾਏਗੀ। ਸੋ ਉਸ ਦੇ ਅਕੋਰਡਿੰਗ ਜਿਹੜਾ ਇੱਕ ਦੂਜੇ ਨਾਲ ਇਹ ਪ੍ਰੋਸੈਸ ਆ ਜਿਹੜਾ ਕਰਕੇ ਰੱਖਦੇ ਆ। ਹੁਣ ਇਹ ਕੀ ਕਰਦਾ, ਪੈਨਕ੍ਰੀਆਟਿਕ ਜੂਸ ਵੀ ਦਿੰਦਾ ਜਿਹਦੇ ਵਿੱਚ ਪ੍ਰੋਟੀਜ਼ਸ ਹੁੰਦਾ ਹੈਗਾ, ਪੈਨਕ੍ਰੀਆਟਿਕ ਅਮਾਈਲੇਜ਼ ਹੁੰਦਾ ਤੇ ਲਾਈਪੇਜ਼ ਹੁੰਦਾ, ਤਿੰਨ ਚੀਜ਼ਾਂ ਹੁੰਦੀਆਂ। ਹੁਣ ਇਹ ਤਿੰਨਾਂ ਦਾ ਡਿਫਰੈਂਟ ਪਰਪਸ ਹੈ। ਜਿਹੜਾ ਪ੍ਰੋਟੀਜ਼ਸ ਹੈ ਇਹਦੇ ਵਿੱਚ ਪੈਪਸਿਨ ਹੁੰਦਾ, ਟ੍ਰਿਪਸਿਨ ਹੁੰਦਾ ਤੇ ਕਾਈਮੋਟ੍ਰਿਪਸਿਨ ਹੁੰਦਾ। ਇਹਨਾਂ ਦਾ ਮੇਨ ਕੰਮ ਕੀ ਹੈਗਾ, ਪ੍ਰੋਟੀਨ ਨੂੰ ਪੈਪਟਾਈਡ ਦੇ ਵਿੱਚ ਤੋੜਨਾ, ਪੈਪਟਾਈਡ ਨੂੰ ਅੱਗੇ ਅਮੀਨੋ ਐਸਿਡ ਚ ਤੋੜਨਾ ਜਿਹੜੇ ਆਪਣੀ ਬਾਡੀ ਦੇ ਵਿੱਚ ਯੂਜ਼ ਹੋਣੇ ਆ। ਅੱਗੇ ਸੈਕੰਡ ਆ ਜਾਂਦਾ ਪੈਨਕ੍ਰੀਆਟਿਕ ਅਮਾਈਲੇਜ਼। ਹੁਣ ਪੈਨਕ੍ਰੀਆਟਿਕ ਅਮਾਈਲੇਜ਼ ਕੀ ਕੰਮ ਕਰਦਾ ਹੈਗਾ, ਇਹ ਸਟਾਰਚ ਨੂੰ ਕਨਵਰਟ ਕਰਦਾ ਅਮਾਈਲੇਜ਼ ਦੇ ਵਿੱਚ, ਠੀਕ ਹੈ। ਅੱਗੇ ਲਾਈਪੇਜ਼ ਦਾ ਕੰਮ ਕੀ ਆ, ਥਰਡ ਦਾ, ਇਹ ਫੈਟ ਜਿਹੜੀ ਆ ਗਈ ਤੁਹਾਡੀ ਬਾਡੀ ਦੇ ਵਿੱਚ, ਜਿਹੜੀ ਹੁਣ ਤੱਕ ਕਿਤੇ ਯੂਜ਼ ਨਹੀਂ ਹੋਈ, ਆਪਾਂ ਕਿਤੇ ਵੀ ਕਨਵਰਟ ਨਹੀਂ ਕਰਿਆ ਕਿਸੇ ਹੋਰ ਪਰਪਸ ਦੇ ਵਿੱਚ ਜਿਹੜੀ ਯੂਜ਼ ਹੋ ਸਕੇ, ਉਹ ਕਿਹਦੇ ਚ ਕਨਵਰਟ ਕਰ ਲਈ ਜਾਂਦੀ ਆ, ਫੈਟੀ ਐਸਿਡ ਦੇ ਵਿੱਚ ਐਂਡ ਗਲਿਸਰੋਲ ਦੇ ਵਿੱਚ। ਇਹ ਸਾਰਾ ਪ੍ਰੋਸੈਸ ਕਿਹਦੇ ਵਿੱਚ ਹੋ ਜਾਂਦਾ, ਡਿਊਡੇਨਮ ਦੇ ਵਿੱਚ ਹੋ ਜਾਂਦਾ, ਤੇ ਮੇਨਲੀ ਜਿਹੜੇ ਐਂਜ਼ਾਈਮ ਆ ਉਹ ਸਕਰੀਟ ਕੌਣ ਕਰ ਰਿਹਾ, ਪੈਨਕ੍ਰੀਜ਼ ਸਕਰੀਟ ਕਰ ਰਿਹਾ। ਹੁਣ ਆਪਾਂ ਡਿਊਡੇਨਮ ਦੇ ਵਿੱਚ ਲਿਵਰ ਬਾਰੇ ਪੜਾਂਗੇ। ਲਿਵਰ ਐਕਚੁਅਲ ਚ ਹੁੰਦਾ ਕੀ ਹੈਗਾ, ਇਟ ਇਜ਼ ਅ ਫੈਕਟਰੀ ਫॉर ਐਂਟੀਬਾਡੀਜ਼ ਐਂਡ ਬਾਈਲ। ਦੋ ਕੰਮ ਕਰਦਾ ਲਿਵਰ, ਫੈਕਟਰੀ ਦੀ ਤਰ੍ਹਾਂ ਕੰਮ ਕਰਦਾ, ਪਹਿਲੇ ਤੇ ਪ੍ਰੋਡਿਊਸ ਕੀ ਕਰਦਾ ਐਂਟੀਬਾਡੀ, ਸੈਕੰਡ ਦੇ ਉੱਤੇ ਕੀ ਪ੍ਰੋਡਿਊਸ ਕਰਦਾ ਹੈ, ਬਾਈਲ। ਸੋ ਬਾਈਲ ਦਾ ਮੇਨ ਕੰਮ ਕੀ ਹੁੰਦਾ, ਬ੍ਰੇਕਿੰਗ ਡਾਊਨ ਆਫ ਫੈਟਸ, ਫੈਟਸ ਨੂੰ ਤੋੜਨ ਦਾ ਕੰਮ ਕਰਦਾ ਬਾਈਲ ਜੂਸ, ਤੇ ਇਮਲਸੀਫਿਕੇਸ਼ਨ ਆਫ ਫੈਟਸ, ਇਮਲਸੀਫਿਕੇਸ਼ਨ ਜਿਹੜੀ ਫੈਟਸ ਦੀ ਆ ਉਹ ਕਰਦਾ। ਇਮਲਸ਼ਨ ਕਦੋਂ ਕ੍ਰੀਏਟ ਹੁੰਦੀ ਆ, ਜਦੋਂ ਦੋ ਇਮਿਸੀਬਲ ਕਿਹੜੇ ਹੁੰਦੇ ਹੈਗੇ, ਜਿਹੜੇ ਇੱਕ ਦੂਜੇ ਤੇ ਵੈਸੇ ਤਾਂ ਰਲ ਨਹੀਂ ਰਹੇ ਸੀ
ਪਰ ਆਪਾਂ ਧੱਕੇ ਨਾਲ ਰਲਾਏ ਹੋਏ ਆ। ਜਦੋਂ ਰਲਾ ਕੇ ਆਪਾਂ ਕੋਲਾਈਡਲ ਸੋਲੂਸ਼ਨ ਬਣਾਉਂਦੇ ਆ, ਉਹਨਾਂ ਦਾ ਘੋਲ ਬਣਾਉਂਦੇ ਆ, ਮਿਕਸਚਰ ਬਣਾਉਂਦੇ ਆ, ਤਾਂ ਉਹਨੂੰ ਕੀ ਬੋਲਦੇ ਆ ਆਪਾਂ? ਇਮਲਸ਼ਨ ਬੋਲਦੇ ਆ। ਤੇ ਇਮਲਸੀਫਿਕੇਸ਼ਨ ਆਫ ਫੈਟਸ ਕਰਦਾ ਕੌਣ? ਕੰਮ ਕਰਦਾ, ਬਾਈਲ ਕਰਦਾ ਹੈ। ਲਿਵਰ ਕੀ ਸਟੋਰ ਕਰਦਾ ਹੈਗਾ? ਵਿਟਾਮਿਨ ਵੀ ਸਟੋਰ ਕਰਦਾ, ਸੈਕੰਡ ਦੇ ਉੱਤੇ ਸ਼ੂਗਰ ਸਟੋਰ ਕਰਦਾ ਹੈਗਾ, ਜਦ ਤੱਕ ਤੁਹਾਡੀ ਬੋਡੀ ਨੂੰ ਇਹਨਾਂ ਦੀ ਲੋੜ ਨਹੀਂ ਪੈਂਦੀ। ਜਦ ਬੋਡੀ ਦੀ ਲੋੜ ਪੈਂਦੀ ਹੈ ਤਾਂ ਲਿਵਰ ਤੋਂ ਹੀ ਸਪਲਾਈ ਜਿਹੜੀ ਆ ਹੁੰਦੀ ਆ। ਸੋ ਆ ਲਿਵਰ ਹੈ। ਦੈਨ ਉਸ ਤੋਂ ਬਾਅਦ ਆ ਜਾਂਦਾ ਤੁਹਾਡੇ ਕੋਲ ਗਾਲ ਬਲੈਡਰ। ਗਾਲ ਬਲੈਡਰ ਦਾ ਮੇਨ ਕੰਮ ਕੀ ਹੈਗਾ? ਜੋ ਬਾਈਲ ਜੂਸ ਜੋ ਲਿਵਰ ਨੇ ਜਨਰੇਟ ਕਰਤਾ, ਉਹ ਸਾਰਾ ਸਟੋਰ ਕਰਨ ਦਾ ਕੰਮ ਸਟੋਰੇਜ ਟੈਂਕ ਦੇ ਤੌਰ ਤੇ ਕੌਣ ਕਰਦਾ? ਗਾਲ ਬਲੈਡਰ ਕਰਦਾ। ਸੋ ਬਾਈਲ ਜੂਸ ਦਾ ਕਲਰ ਕੀ ਹੁੰਦਾ? ਗ੍ਰੀਨਿਸ਼ ਯੈਲੋ ਕਲਰ ਦਾ ਹੁੰਦਾ। ਤੇ ਮੇਨ ਕੰਮ ਕੀ ਹੁੰਦਾ ਬਾਈਲ ਜੂਸ ਦਾ? ਫੈਟਸ ਨੂੰ ਬ੍ਰੇਕ ਡਾਊਨ ਕਰਨਾ। ਲੋਕੇਟਡ ਕਿਹਦੇ ਚ ਹੁੰਦਾ? ਇਹ ਲਿਵਰ ਦੇ ਵਿੱਚ ਹੁੰਦਾ ਗਾਲ ਬਲੈਡਰ। ਆ ਦੇਖੋ ਤੁਸੀਂ ਲੱਗਿਆ ਹੋਇਆ। ਸੋ ਸ਼ੇਪਡ ਲਾਈਕ ਆ ਪੀਅਰ। ਸੋ ਨਾਸ਼ਪਾਤੀ ਦੀ ਸ਼ੇਪ ਦੀ ਤਰ੍ਹਾਂ ਇਹ ਹੁੰਦਾ ਆ। ਬਾਈਲ ਜੂਸ ਕਿੱਥੇ ਪ੍ਰੋਡਿਊਸ ਹੁੰਦਾ? ਲਿਵਰ ਦੇ ਵਿੱਚ। ਗਾਲ ਬਲੈਡਰ ਚ ਸਟੋਰ ਹੁੰਦਾਗਾ। ਇਮਲਸੀਫਾਈ ਕਰਦਾ ਫੈਟਸ ਨੂੰ, ਬ੍ਰੇਕ them into ਸਮਾਲਰ ਗਲੋਬੂਲਸ। ਛੋਟੇ ਛੋਟੇ ਵੱਡੇ ਵੱਡੇ ਟੁਕੜਿਆਂ ਤੋਂ, ਵੱਡੇ ਫੈਟ ਮੋਲੀਕਿਊਲ ਤੋਂ ਕਿਹਦੇ ਚ ਤੋੜ ਦਿੱਤਾ ਜਾਂਦਾਗਾ? ਛੋਟੇ ਵਾਲਿਆਂ ਚ ਤੋੜ ਦਿੱਤਾ ਜਾਂਦਾ। ਫਿਰ ਉਸ ਤੋਂ ਬਾਅਦ ਇਹ ਕੌਣ ਇਹਨਾਂ ਦੀ ਡਾਈਜੈਸ਼ਨ ਦਾ ਕੰਮ ਕਿਹੜਾ ਆਪਣਾ ਐਂਜ਼ਾਈਮ ਕਰਦਾਗਾ? ਲਾਈਪੇਜ਼ ਐਂਜ਼ਾਈਮ। ਸੋ ਲਾਈਪੇਜ਼ ਐਂਜ਼ਾਈਮ ਕੀ ਕੰਮ ਕਰਦਾ? ਇਹਦੀ ਡਾਈਜੈਸ਼ਨ ਦਾ ਕੰਮ ਕੰਪਲੀਟ ਕਰਕੇ ਆਪਣੇ ਫੈਟ ਆ ਜਿਹੜੀ ਡਾਈਜੈਸਟ ਹੋ ਜਾਂਦੀ ਹੈ ਬਾਡੀ ਦੇ ਵਿੱਚ। ਹੁਣ ਇੰਟੈਸਟਾਈਨਲ ਯੂਜ਼ਸ ਦੇ ਵਿੱਚ ਕੀ ਹੁੰਦਾਗਾ? ਐਪੀਥੇਲੀਅਲ ਸੈਲਸ ਜਿਹੜੇ ਵਿਲਾਈ ਦੇ ਨੇ, ਜਿਹੜੇ ਅੰਦਰ ਇਹਦੇ ਛੋਟੀਆਂ ਛੋਟੀਆਂ ਰਚਨਾਵਾਂ ਨੇ, ਉਹ ਕੀ ਕਰਦੇ ਆ? ਐਂਜ਼ਾਈਮ ਪ੍ਰੋਡਿਊਸ ਕਰਦੇ ਆ, ਜਿਹੜੇ ਕੰਪਲੀਟ ਬ੍ਰੇਕਡਾਊਨ ਕਰ ਦਿੰਦੇ ਆ ਮਾਲਟੋਜ਼ ਦਾ ਗਲੂਕੋਜ਼ ਦੇ ਵਿੱਚ। ਪੈਪਟਾਈਡ ਆ ਜਿਹੜੇ ਕਨਵਰਟ ਹੋ ਜਾਂਦੇ ਆ ਅਮੀਨੋ ਐਸਿਡ ਚ। ਫੈਟਸ ਜਿਹੜੇ ਕਨਵਰਟ ਹੋ ਜਾਂਦੇ ਆ ਫੈਟੀ ਐਸਿਡ ਐਂਡ ਗਲਿਸਰੋਲ ਦੇ ਵਿੱਚ। ਜਿਹੜਾ ਸੈਕੰਡ ਪਾਰਟ ਹੈ ਆਪਣਾ ਸਮਾਲ ਇੰਟੈਸਟਾਈਨ ਦਾ, ਉਹ ਜੇਜੇਨਮ ਹੈ। ਤੇ ਇਹ ਕਿੰਨਾ ਹੈਗਾ? 2.5 ਮੀਟਰ ਲੌਂਗ ਜੇਜੂਨਮ। ਠੀਕ ਹੈ। ਆਲਦੋ ਸਮ ਡਾਈਜੈਸ਼ਨ ਹੁੰਦੀ ਹੈ, ਪਰ ਮੋਸਟਲੀ ਇੱਥੇ ਜਿਹੜੀ ਅਬਜ਼ੌਰਪਸ਼ਨ ਹੁੰਦੀ ਹੈ। ਇਹਦੇ ਵਿੱਚ ਮੋਰ ਵਿਲਾਈ ਨੇ ਤੇ ਮਾਈਕਰੋਵਿਲਾਈ ਹੁੰਦੇ ਆ। ਮੇਨਲੀ ਇਹਦਾ ਪਰਪਸ ਕੀ ਹੈਗਾ? ਅਬਜ਼ੌਰਪਸ਼ਨ ਕਰਨੀ ਹੈ ਨਿਊਟ੍ਰੀਐਂਟਸ ਦੀ। ਜਿਹੜਾ ਥਰਡ ਪਾਰਟ ਆ ਗਿਆ ਉਹ ਹੈ ਇਲੀਅਮ। ਇਹਦੇ ਵਿੱਚ ਕੀ ਹੁੰਦਾਗਾ? ਇਹ ਅਪਰੋਕਸੀਮੇਟਲੀ 3 ਮੀਟਰ ਲੌਂਗ ਹੈ। ਇਹਦੇ ਚ ਵਿਲਾਈ ਬਹੁਤ ਘੱਟ ਹੁੰਦੇ ਆ ਤੇ ਮਾਈਕਰੋਵਿਲਾਈ, ਬਾਕੀ ਦੋਨੋਂ ਪਾਰਟਸ ਦੇ ਅਕੋਰਡਿੰਗਲੀ। ਜਿਹੜੀ ਮੇਨ ਅਬਜ਼ੌਰਪਸ਼ਨ ਹੈ ਉਹ ਵੀ ਇੱਥੇ ਹੁੰਦੀ ਹੈ। ਇਟ ਇਜ਼ ਰਿਸਪੌਂਸੀਬਲ ਫॉर ਪੁਸ਼ਿੰਗ ਵੇਸਟ ਮਟੀਰੀਅਲਸ ਇਨਟੂ ਲਾਰਜ ਇੰਟੈਸਟਾਈਨ। ਵੱਡੀ ਆਂਦਰ ਦੇ ਵਿੱਚ ਭੇਜਣ ਦੇ ਲਈ ਇਹ ਰਿਸਪੌਂਸੀਬਲ ਆ। ਸੋ ਟੋਟਲੀ ਦੇਖੀਏ 30 ਸੈਂਟੀਮੀਟਰ ਉਹ ਪਾਰਟ ਹੋ ਗਿਆ, ਤਾਂ 2.5 ਇਹ ਹੋ ਗਿਆ, ਤੇ 3 ਤੁਹਾਡਾ ਇਹ ਹੋ ਗਿਆ। ਤਾਂ ਅਪਰੋਕਸੀਮੇਟਲੀ ਤੁਸੀਂ ਦੇਖੋਗੇ ਇਹ 5.8 ਮੀਟਰ ਹੋ ਗਿਆ। ਸੋ 5.8 ਸਮਾਲ ਇੰਟੈਸਟਾਈਨ ਦੀ ਲੈਂਥ ਹੈ। ਜੇ ਇੱਕ ਚ 3 ਫੁੱਟ ਲਾਈਏ ਤਾਂ ਅਰਾਊਂਡ ਤੁਸੀਂ ਇਹ ਲਾ ਲਓ 17 ਤੋਂ 18 ਫੀਟ ਲੌਂਗ ਜਿਹੜਾ ਆ ਸਮਾਲ ਇੰਟੈਸਟਾਈਨ ਪਾਰਟ ਆ, ਜਿਹਦੇ ਵਿੱਚ ਫੂਡ ਆ ਜਿਹੜਾ ਲੰਘਦਾ ਆ 17-18 ਫੁੱਟ। 5 ਜਾਂ 5.5 ਫੁੱਟ ਜਿਹੜੀ ਹੈ ਐਵਰੇਜ ਹਾਈਟ ਹੈ ਇੰਡੀਅਨ ਮੇਲ ਦੀ, ਆਪਾਂ ਮੰਨ ਕੇ ਚੱਲਦੇ ਆ 5 ਫੁੱਟ 2 ਇੰਚ ਦੇ ਅਰਾਊਂਡ ਜਾਂ 5 ਫੁੱਟ ਦੇ ਅਰਾਊਂਡ ਫੀਮੇਲ ਦੀ। ਸੋ 17-18 ਫੁੱਟ ਜਿਹੜਾ ਹਰ ਇੱਕ ਦੇ ਅੰਦਰ ਫੂਡ ਆ ਜਿਹੜਾ ਸਮਾਲ ਇੰਟੈਸਟਾਈਨ ਦੇ ਵਿੱਚ ਜਾਂਦਾ ਆ। ਇਹ ਲੌਂਗੈਸਟ ਪਾਰਟ ਆ ਤੁਹਾਡਾ ਐਲੀਮੈਂਟਰੀ ਕਨਾਲ ਦਾ। ਸੋ ਹੁਣ ਜਿਹੜਾ ਫੂਡ ਹੈ ਉਹ ਲਾਰਜ ਇੰਟੈਸਟਾਈਨ ਦੇ ਵਿੱਚ ਆ ਚੁੱਕਿਆ। ਲਾਰਜ ਇੰਟੈਸਟਾਈਨ ਦੇ ਵਿੱਚ ਕੀ ਹੈਗਾ? ਵਾਟਰ ਵਿਦ ਅਨਡਾਈਜੈਸਟਡ ਮੈਟਰ ਤੁਹਾਡੇ ਕੋਲ ਆ ਚੁੱਕਿਆ, ਇੱਥੋਂ ਐਂਟਰ ਹੋ ਗਿਆ। ਠੀਕ ਹੈ। ਜਿਹੜਾ ਆਹ ਵਾਲਾ ਪੋਰਸ਼ਨ ਹੈ ਇਹਦਾ ਨਾਮ ਹੈ ਕੈਕਮ। ਠੀਕ ਹੈ। ਤੇ ਨੀਚੇ ਵਾਲਾ ਜਿਹਦੇ ਪਰਪਸ ਕੋਈ ਪਤਾ ਨਹੀਂ, ਇਹਦੇ ਚ ਸਵੈਲਿੰਗ ਵੀ ਹੋ ਜਾਂਦੀ ਹੈ ਕਈ ਵਾਰ, ਇਹਨੂੰ ਅਪੈਂਡਿਕਸ ਕਹਿੰਦੇ ਆਪਾਂ, ਅਪੈਂਡਿਕਸ। ਇਸ ਸਾਈਡ ਤੋਂ ਫੂਡ ਹੁੰਦਾ ਹੋਇਆ ਸਾਰਾ ਫਿਰ ਕੋਲਨ ਰਾਹੀਂ ਇੱਥੇ ਤੱਕ ਪਹੁੰਚਦਾ, ਰੈਕਟਮ ਤੇ ਐਨਾਲ ਕੈਨਲ ਰਾਹੀਂ ਬਾਹਰ ਚਲਿਆ ਜਾਂਦਾ। ਸੋ ਸਾਰਾ 2-3 ਪੋਰਸ਼ਨ ਨੇ ਇਹਦੇ ਚ। ਅਪੈਂਡਿਕਸ ਜਿਹਦਾ ਕੋਈ ਯੂਜ਼ ਨਹੀਂ ਪਤਾ, ਦੂਜਾ ਕੈਕਮ ਜਿੱਥੋਂ ਐਂਟਰ ਹੋ ਰਿਹਾ ਮੇਨਲੀ, ਤੀਜਾ ਸਾਰਾ ਪੋਰਸ਼ਨ ਕਾਲਨ ਦਾ। ਠੀਕ ਹੈ। ਆ ਸੈਕੰਡ ਹੋ ਗਿਆ। ਫਸਟ ਆਪਾਂ ਅਪੈਂਡਿਕਸ ਡਿਸਕਸ ਕਰ ਹੀ ਲਿਆ। ਮੇਨਲੀ ਵੇਸਟ ਮਟੀਰੀਅਲ ਜਿਹੜਾ ਆ ਉਹ ਬਾਡੀ ਦੇ ਵਿੱਚ ਬਾਹਰ ਕਰ ਦੇਣਾ, ਇਹਦਾ ਇਹ ਕੰਮ ਹੁੰਦਾ ਲਾਰਜ ਇੰਟੈਸਟਾਈਨ ਦਾ। ਲਾਰਜ ਕੈਕਮ ਦੇ ਵਿੱਚ ਕੀ ਹੁੰਦੀਆਂ ਨੇ ਕਿ ਲਾਰਜ ਟਿਊਬ ਲਾਈਕ ਸਟਰਕਚਰਸ ਹੁੰਦੀਆਂ ਨੇ, ਜਿਹੜੀਆਂ ਕੀ ਕਰਦੀਆਂ ਨੇ? ਅਨਡਾਈਜੈਸਟਡ ਫੂਡ ਆ ਜਿਹੜਾ ਰਿਸੀਵ ਕਰਦੀਆਂ ਨੇ ਫਰੋਮ ਦਾ ਸਮਾਲ ਇੰਟੈਸਟਾਈਨ। ਹੁਣ ਕਾਲਨ ਦੇ ਵਿੱਚ ਕਈ ਪਾਰਟਸ ਹੁੰਦੇ ਆ, ਅਸੈਂਡਿੰਗ ਕਾਲਨ, ਟ੍ਰਾਂਸਵਰਸ ਕਾਲਨ, ਡਿਸੈਂਡਿੰਗ ਕਾਲਨ, ਸਿਗਮੋਇਡ ਕਾਲਨ। ਇਹਨਾਂ ਦੇ ਵਿੱਚ ਐਕਚੁਅਲ ਚ ਕੀ ਹੁੰਦਾਗਾ? ਕੋਲੀਫਾਰਮ ਗਰੁੱਪ ਹੁੰਦਾ ਬੈਕਟੀਰੀਆਜ਼ ਦਾ। ਇਹ ਕੀ ਕਰਦੇ ਆ? ਮੇਨਲੀ ਫੂਡ ਦੀ ਕੁਆਲਿਟੀ ਚੈੱਕ ਕਰਦੇ ਆ। ਸੋ ਕਿੰਨਾ ਫੂਡ ਸੈਨਿਟੀ ਕਿੱਦਾਂ, ਵਾਟਰ ਕੰਟੈਮੀਨੇਸ਼ਨ ਆ, ਉਹ ਸਾਰੇ ਚੈੱਕ ਕਰਨ ਦਾ ਕੰਮ ਕੌਣ ਕਰਦੇ ਹੈਗੇ? ਇਹ ਵਾਲੇ ਬੈਕਟੀਰੀਆਜ਼ ਕਰਦੇ ਆ। ਉਹ ਗਰੁੱਪ ਦਾ ਨਾਮ ਕੀ ਹੈਗਾ? ਕੋਲੀਫਾਰਮ ਗਰੁੱਪ। ਸੋ ਹੁਣ ਆਪਣੇ ਡਿਸਕਸ਼ਨ ਦੇ ਵਿੱਚ ਜਿਹੜਾ ਮੇਜਰ ਕੁਐਸਚਨ ਆਉਂਦਾ ਹੈ ਐਗਜ਼ਾਮਸ ਦੇ ਵਿੱਚ, ਵੀ ਕਿਹੜਾ ਐਂਜ਼ਾਈਮ ਕੌਣ ਸਕ੍ਰੀਟ ਕਰ ਰਿਹਾ, ਸਾਈਟ ਆਫ ਰਿਲੀਜ਼ ਕੀ ਹੈ, ਤੇ ਉਹਦਾ ਪੀਐਚ ਕੀ ਹੁੰਦਾ। ਸੋ ਸਭ ਤੋਂ ਪਹਿਲੇ ਤੇ ਸਲਿਵਰੀ ਅਮਾਈਲੇਜ਼, ਸਲਿਵਰੀ ਗਲੈਂਡ ਛੱਡਦੇ ਆ, ਮਾਊਥ ਦੇ ਵਿੱਚ ਰਿਲੀਜ਼ ਹੁੰਦਾ ਤੇ ਨਿਊਟਰਲ ਹੁੰਦਾ। ਅੱਗੇ ਪੈਨਕ੍ਰੀਏਟਿਕ ਅਮਾਈਲੇਜ਼, ਪੈਨਕ੍ਰੀਜ਼ ਛੱਡਦਾ, ਸਮਾਲ ਇੰਟੈਸਟਾਈਨ ਦੇ ਵਿੱਚ ਹੋਏਗਾ ਤੇ ਬੇਸਿਕ ਨੇਚਰ ਦਾ ਹੋਏਗਾ। ਤੁਸੀਂ ਦੇਖੋਗੇ ਜ਼ਿਆਦਾਤਰ ਐਂਜ਼ਾਈਮ ਹੈ ਜਿਹੜੇ ਸਮਾਲ ਇੰਟੈਸਟਾਈਨ ਹੈ। ਅੱਗੇ ਮਾਲਟੇਜ਼ ਸਮਾਲ ਇੰਟੈਸਟਾਈਨ ਦੇ ਵਿੱਚ ਹੀ ਹੁੰਦਾ, ਪ੍ਰੋਡਿਊਸ ਤੇ ਉੱਥੇ ਹੀ ਰਿਲੀਜ਼ ਕਰਿਆ ਜਾਂਦਾ, ਜਿਹਦੀ ਬੇਸਿਕ ਨੇਚਰ ਹੁੰਦੀ ਆ।
ਐਕਚੁਅਲੀ ਜਿੰਨੇ ਸਮਾਲ ਇੰਟੈਸਟਾਈਨ ਦੇ ਦੇਖੋਗੇ ਸਾਰੇ ਬੇਸਿਕ ਨੇ, ਕਿਉਂਕਿ ਉੱਥੋਂ ਜਿਹੜਾ ਸਟਮਕ ਚੋਂ ਜੇ ਸ਼ੇਪਡ ਚੋਂ ਜਿਹੜਾ ਆ ਰਿਹਾ ਫੂਡ ਉਹ ਸਾਰਾ ਐਸਿਡਿਕ ਹੈ। ਹੁਣ ਐਸਿਡਿਕ ਫੂਡ ਅੱਗੇ ਇਹਦੇ ਵਿੱਚ ਤਾਂ ਮਿਊਕਸ ਦੀ ਲੇਅਰ ਹੈ, ਪਰ ਥਰੂ ਆਊਟ ਬੋਡੀ ਮਿਊਕਸ ਦੀ ਲੇਅਰ ਥੋੜੀ ਬਣਾ ਸਕਦਾ ਸਾਰੇ ਉਹਦੇ ਸਿਸਟਮ ਦੇ ਵਿੱਚ। ਤਾਂ ਇਸ ਕਰਕੇ ਮੋਸਟਲੀ ਜਿਹੜੇ pH ਲੈਵਲ ਹੈ ਐਂਜ਼ਾਈਮਸ ਦਾ ਉਹ ਬੇਸਿਕ ਹੋਏਗਾ, ਸਾਰਿਆਂ ਦਾ ਹੀ ਬੇਸਿਕ ਹੈ। ਅੱਗੇ ਪ੍ਰੋਟੀਨ ਦੇ ਡਾਈਜੈਸ਼ਨ ਦੇ ਵਿੱਚ 3 ਕੰਮ ਕਰਦੇ ਆ, ਪੈਪਸਿਨ, ਟ੍ਰਿਪਸਿਨ ਤੇ ਪੈਪਟਾਈਜ਼ੇਜ਼। ਸੋ ਪੈਪਸਿਨ ਕੌਣ ਪ੍ਰੋਡਿਊਸ ਹੁੰਦਾ ਹੈ? ਗੈਸਟ੍ਰਿਕ ਗਲੈਂਡ ਦੇ ਵਿੱਚ ਹੁੰਦਾ ਗਾ, ਸਟਮਕ ਦੇ ਵਿੱਚ ਰਿਲੀਜ਼ ਹੁੰਦਾ, ਐਸਿਡਿਕ ਨੇਚਰ ਹੁੰਦੀ ਹੈ ਇਹਦੀ, ਠੀਕ ਹੈ। ਅੱਗੇ ਸਮਾਲ ਇੰਟੈਸਟਾਈਨ ਦੇ ਵਿੱਚ ਪੈਨਕ੍ਰੀਜ਼ ਟ੍ਰਿਪਸਿਨ ਰਿਲੀਜ਼ ਕਰਦਾ, ਇਹ ਵੀ ਪ੍ਰੋਟੀਨ ਦੇ ਡਾਈਜੈਸ਼ਨ 'ਚ ਕੰਮ ਕਰਦਾ ਹੈਗਾ। ਸੇਮ ਪੈਪਟਾਈਜ਼ੇਜ਼ ਹੈ ਜਿਹੜਾ ਉਹ ਵੀ ਸਮਾਲ ਇੰਟੈਸਟਾਈਨ ਦੇ ਵਿੱਚ ਪ੍ਰੋਡਿਊਸ ਹੁੰਦਾ ਤੇ ਸਮਾਲ ਇੰਟੈਸਟਾਈਨ ਦੇ ਵਿੱਚ ਹੀ ਰਿਲੀਜ਼ ਹੁੰਦਾ। ਨਿਊਕਲਿਕ ਐਸਿਡ ਦੀ ਡਾਈਜੈਸ਼ਨ ਹੈ ਜਿਹੜੇ ਨਿਊਕਲਿਕ ਐਸਿਡ ਹੈ RNA DNA ਵਗੈਰਾ ਸਾਰਾ ਕੁਝ ਇਹਨਾਂ ਤੋਂ ਹੀ ਬਣਿਆ ਹੁੰਦਾ, ਠੀਕ ਹੈ। ਇਹਨਾਂ ਦੀ ਡਾਈਜੈਸ਼ਨ ਦਾ ਜਿਹੜਾ ਮੇਨ ਕੰਮ ਹੈ ਨਿਊਕਲੀਏਜ਼ ਕਰਦਾ, ਉਹ ਪੈਨਕ੍ਰੀਜ਼ ਦੇ ਵਿੱਚ ਪ੍ਰੋਡਿਊਸ ਹੁੰਦਾ ਤੇ ਸਮਾਲ ਇੰਟੈਸਟਾਈਨ ਦੀ ਸਾਈਡ ਦੇ ਵਿੱਚ ਰਿਲੀਜ਼ ਕਰ ਦਿੱਤਾ ਜਾਂਦਾ। ਸੋ ਨਿਊਕਲੀਓਡਾਈਸਿਸ ਇਹ ਵੀ ਕਿੱਥੇ ਹੈਗਾ? ਪੈਨਕ੍ਰੀਜ਼ ਹੀ ਰਿਲੀਜ਼ ਪ੍ਰੋਡਿਊਸ ਕਰਦਾ ਤੇ ਰਿਲੀਜ਼ ਕਿੱਥੇ ਕਰਦਾ? ਸਮਾਲ ਇੰਟੈਸਟਾਈਨ ਦੇ ਵਿੱਚ। ਫੈਟ ਡਾਈਜੈਸ਼ਨ ਦਾ ਜਿਹੜਾ ਮੇਨ ਕੰਮ ਹੈ ਉਹ ਤੁਹਾਨੂੰ ਪਤਾ ਹੈ, ਵਨ ਐਂਡ ਓਨਲੀ ਮੋਲੀਕਿਊਲ ਹੈ ਜਿਹੜਾ ਕਰਦਾ ਉਹ ਲਾਈਪੇਜ਼ ਹੈ। ਇਹ ਪ੍ਰੋਡਿਊਸ ਕਿੱਥੇ ਹੁੰਦਾ? ਪੈਨਕ੍ਰੀਜ਼ ਦੇ ਵਿੱਚ ਹੁੰਦਾ ਤੇ ਕਿੱਥੇ ਰਿਲੀਜ਼ ਕਰਿਆ ਜਾਂਦਾ? ਸਮਾਲ ਇੰਟੈਸਟਾਈਨ ਦੇ ਵਿੱਚ ਕਰਿਆ ਜਾਂਦਾ। ਮੇਜਰਲੀ ਕਿੱਥੇ ਹੁੰਦੇ ਨੇ ਸਾਰੇ? ਇਹ ਡਿਊਡੇਨਮ ਦੇ ਵਿੱਚ, ਜੋ ਆਪਾਂ ਪੜ੍ਹ ਚੁੱਕੇ। ਸੋ ਇਹਦੇ ਜਿਹੜੇ ਕੁਐਸਚਨ ਨੇ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿੱਤੇ ਜਾਣਗੇ ਤੇ ਤੁਸੀਂ YouTube ਚੈਨਲ ਜਿਹੜਾ ਸਬਸਕ੍ਰਾਈਬ ਕਰ ਲੈਣਾ। ਥੈਂਕਸ ਫॉर ਵਾਚਿੰਗ Exam Knights YouTube channel।